ਪਿਆਰੇ ਬੱਚਿਓ, ਗੁੱਡ ਮਾਰਨਿੰਗ। ਬੱਚਿਓ, ਜਿਵੇਂ ਤੁਸੀਂ 11ਵੀਂ ਜਮਾਤ ਦੇ ਵਿਦਿਆਰਥੀ ਹੋ, ਹੁਣ ਤੱਕ ਤੁਸੀਂ ਕਾਫੀ ਸਿਲੇਬਸ ਆਪਣਾ ਕਵਰ ਕਰ ਚੁੱਕੇ ਹੋ, ਜਿਸ ਵਿੱਚ ਤੁਸੀਂ ਸਟੈਟ ਕਰ ਲਈ ਹੈ, ਹੋਰ ਸਾਰੇ ਅਧਿਆਏ ਕਰ ਲਏ ਹਨ। ਅੱਜ ਬੱਚਿਓ, ਅਸੀਂ ਤੁਹਾਡੇ ਕੋਲ ਇੱਕ ਨਵੀਂ ਚੀਜ਼ ਲੈ ਕੇ ਆਏ ਹਾਂ, ਜਿਹੜੀ ਤੁਹਾਡੇ ਸਿਲੇਬਸ ਵਿੱਚ ਹੈ। ਉਹ ਹੈ ਪ੍ਰੋਜੈਕਟ ਦੀ ਰਚਨਾ। ਬੱਚਿਓ, 10 ਨੰਬਰ ਦਾ ਇਹ ਪ੍ਰੋਜੈਕਟ ਹੈ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਹੈ। ਇਹ ਪ੍ਰੋਜੈਕਟ ਤੁਹਾਨੂੰ ਇੱਕ ਖੋਜੀ ਬਣਾਏਗਾ, ਤੁਹਾਨੂੰ ਇੱਕ ਰਿਸਰਚਰ ਬਣਾਏਗਾ। ਬਹੁਤ ਹੀ ਇੰਟਰਸਟਿੰਗ, ਬਹੁਤ ਹੀ ਵਧੀਆ ਪ੍ਰੋਜੈਕਟ ਹੈ, ਜਿਹਨੂੰ ਅਸੀਂ ਬਹੁਤ ਹੀ ਰੋਚਕ ਢੰਗ ਦੇ ਨਾਲ ਤੁਹਾਨੂੰ ਦੱਸਾਂਗੇ। ਤੁਸੀਂ ਖੁਦ ਕਰੋਗੇ ਇਸ ਪ੍ਰੋਜੈਕਟ ਨੂੰ ਅਤੇ ਬਹੁਤ ਹੀ ਜ਼ਿਆਦਾ ਇੰਜੋਏ ਕਰੋਗੇ। ਤੁਹਾਡੇ ਸਿਲੇਬਸ ਵਿੱਚ ਕੁੱਲ 4 ਪ੍ਰੋਜੈਕਟ ਹਨ। ਚਾਰਾਂ ਪ੍ਰੋਜੈਕਟਾਂ ਦੇ ਵਿੱਚੋਂ ਕਿਸੇ ਇੱਕ ਪ੍ਰੋਜੈਕਟ ਦੇ ਉੱਤੇ ਤੁਸੀਂ ਕੰਮ ਕਰਨਾ ਹੈ। ਬੱਚਿਓ, ਇਹ ਪ੍ਰੋਜੈਕਟ ਕਿਸ ਤਰੀਕੇ ਨਾਲ ਬਣਾਉਣਾ ਹੈ, ਕਿਸ ਤਰੀਕੇ ਦੇ ਚਰਨ ਹਨ, ਕਿੱਦਾਂ ਸਟੈਪ ਹਨ, ਉਹਨਾਂ ਸਾਰਿਆਂ ਬਾਰੇ ਜਾਣਕਾਰੀ ਦੇਣਗੇ। ਮੇਰੇ ਨਾਲ ਆਪਣੇ ਸਰ ਹਨ ਸਰਦਾਰ ਬਲਦੇਵ ਸਿੰਘ ਜੀ। ਸਰ, ਇਹਨਾਂ ਨੂੰ ਆਪਾਂ ਦੱਸੀਏ ਕਿ ਇਹ ਪ੍ਰੋਜੈਕਟ ਕੀ ਹਨ। ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਸਰ ਕਿ ਤੁਸੀਂ ਬੱਚਿਆਂ ਨੂੰ ਦੱਸੋ ਕਿ ਇਹ ਪ੍ਰੋਜੈਕਟ ਦੀ ਮਹੱਤਤਾ ਕੀ ਹੈ, ਕੀ ਫਾਇਦੇ ਹਨ, ਕੀ ਲਾਭ ਹਨ, ਇਹ ਪ੍ਰੋਜੈਕਟ ਕਿਉਂ ਕਰਨਾ ਚਾਹੀਦਾ ਸਾਨੂੰ। ਸਭ ਤੋਂ ਪਹਿਲਾਂ ਸਰਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬੱਚਿਓ, ਜਿਸ ਤਰ੍ਹਾਂ ਮੈਡਮ ਜੀ ਨੇ ਦੱਸਿਆ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਪ੍ਰੋਜੈਕਟ ਦੀ ਰਚਨਾ ਕਰਨੀ। ਅਰਥ ਸ਼ਾਸਤਰ ਦੇ ਵਿੱਚ ਪ੍ਰੋਜੈਕਟ ਦੀ ਰਚਨਾ, ਇਹਦੇ ਬਾਰੇ +1 ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ। ਬੱਚਿਓ, ਬਹੁਤ ਘੱਟ ਵਿਦਿਆਰਥੀ ਇਹਦੇ ਬਾਰੇ ਕੁਝ ਕਰਨਾ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਇੱਕ ਤਰ੍ਹਾਂ ਦੀ ਝਿਜਕ ਅਤੇ ਘਬਰਾਹਟ ਜਿਹੜੀ ਆ ਲੱਗਦੀ ਆ ਕਿ ਇਹ ਕੋਈ ਔਖੀ ਚੀਜ਼ ਆ। ਬੱਚਿਓ, ਅੱਜ ਤੁਹਾਡੇ ਨਾਲ ਅਸੀਂ ਇਹਦੇ ਬਾਰੇ ਸਟੈਪ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਤਾਂ ਕਿ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਨੂੰ ਸਮਝ ਸਕੋ। ਜਿਸ ਤਰ੍ਹਾਂ ਮੈਡਮ ਜੀ ਨੇ ਗੱਲ ਕੀਤੀ ਕਿ ਇਸ ਦੀ ਮਹੱਤਤਾ ਕੀ ਹੈ, ਪਿਆਰੇ ਵਿਦਿਆਰਥੀਓ, ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਦੀ ਜਾਂ ਖੋਜ ਕਾਰਜਾਂ ਦੀ ਬਹੁਤ ਮਹੱਤਤਾ ਹੁੰਦੀ ਆ। ਜਿਸ ਤਰ੍ਹਾਂ ਵੱਖ-ਵੱਖ ਸੰਸਥਾਵਾਂ ਵੱਲੋਂ ਆਪਣੇ ਕੋਈ ਸੰਸਥਾ ਦੇ ਵਿਕਾਸ ਦੇ ਲਈ ਉਹਦੇ ਵਾਸਤੇ ਜਿਹੜੇ ਅੰਕੜੇ ਇਕੱਠੇ ਕੀਤੇ ਜਾਂਦੇ ਆ, ਸਰਵੇ ਕਰਵਾਏ ਜਾਂਦੇ ਆ, ਉਸ ਤੋਂ ਬਾਅਦ ਸਿੱਟੇ ਕੱਢੇ ਜਾਂਦੇ ਆ। ਉਹ ਵੀ ਇੱਕ ਤਰ੍ਹਾਂ ਦਾ ਉਹ ਪ੍ਰੋਜੈਕਟ ਰਿਪੋਰਟ ਹੀ ਹੁੰਦੀ ਹੈ। ਤੁਸੀਂ ਜੇ ਹੁਣ ਤੋਂ ਹੀ ਸਿੱਖ ਲਓਗੇ ਤਾਂ ਜ਼ਿੰਦਗੀ ਦੇ ਵਿੱਚ ਤੁਹਾਡੇ ਕੰਮ ਆਉਣ ਵਾਲੀ ਹੋਏਗੀ। ਕਿਸੇ ਕੰਪਨੀ ਨੇ ਕੋਈ ਵਪਾਰ ਸ਼ੁਰੂ ਕਰਨਾ ਹੋਵੇ ਤਾਂ ਉਹ ਆਪਣੇ ਜੋ ਸ਼ੁਰੂ ਕੀਤਾ ਜਾ ਰਿਹਾ ਵਪਾਰ, ਉਹਦੇ ਬਾਰੇ ਵੀ ਉਹਨਾਂ ਨੇ ਕੋਈ ਅੰਕੜੇ ਉਹਨਾਂ ਨੂੰ ਚਾਹੀਦੇ ਆ, ਉਹਨਾਂ ਨੇ ਕੁਝ ਰਿਜ਼ਲਟ ਕੱਢਣੇ ਹੁੰਦੇ ਆ। ਅਤੇ ਇਸ ਤਰ੍ਹਾਂ ਜਿਵੇਂ ਕੋਈ ਨਵਾਂ ਅਖਬਾਰ ਜਿਹੜਾ ਉਹ ਛਪਣ ਲਈ ਆਉਂਦਾ, ਅਤੇ ਉਹਦੇ ਵਾਸਤੇ ਵੀ ਅਸੀਂ ਕਈ ਵਾਰ ਦੇਖਦੇ ਹਾਂ ਘਰਾਂ ਦੇ ਵਿੱਚ ਅੰਕੜੇ ਇਕੱਠੇ ਕਰਨ ਵਾਸਤੇ, ਸਰਵੇ ਕਰਨ ਵਾਸਤੇ ਸਾਡੇ ਕੋਲ ਆਉਂਦੇ ਸਰਵੇਅਰ ਆਉਂਦੇ ਆ। ਤਾਂ ਇਸ ਤਰ੍ਹਾਂ ਮਤਲਬ ਕਿ ਕੋਈ ਸਟੈਪ ਵਾਈਜ਼ ਜਿਹੜੇ ਅੰਕੜਿਆਂ ਨੂੰ ਇਕੱਠੇ ਕੀਤਾ ਜਾਂਦਾ, ਫਿਰ ਉਹਨਾਂ ਨੂੰ ਔਰਗੇਨਾਈਜ਼ ਕੀਤਾ ਜਾਂਦਾ, ਉਹਨਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ, ਉਹਨਾਂ 'ਤੇ ਸਿੱਟੇ ਕੱਢੇ ਜਾਂਦੇ ਆ। ਇਹੀ ਸਟੈਪ ਜਿਹੜੇ ਆ ਉਹਦੇ ਵਿੱਚ। ਬੱਚੋ, ਇੱਕ ਗੱਲ ਤੁਹਾਡੇ ਨਾਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਜੇ ਬੱਚੇ ਆਪਣੇ ਨਾਮ ਦੇ ਨਾਲ ਜੇ ਡਾਕਟਰ ਲਗਾਉਣ ਦੀ ਉਹਨਾਂ ਦੀ ਰੁਚੀ ਇੱਛਾ ਜਿਹੜੀ ਹੁੰਦੀ ਆ, ਚਾਹੇ ਉਹ ਸਾਇੰਸ ਵਿਸ਼ੇ ਦੀ ਪੜ੍ਹਾਈ ਨਹੀਂ ਕਰ ਸਕੇ, ਪਰ ਉਹ PhD ਕਰਕੇ ਇਸ ਤਰ੍ਹਾਂ ਦੇ ਜਿਹੜੇ ਖੋਜ ਕਾਰਜ ਕਰਕੇ ਵੀ ਡਾਕਟਰ ਦੀ ਉਪਾਧੀ ਜਿਹੜੀ ਆ ਲੈ ਸਕਦੇ ਆ ਅਤੇ ਆਪਣੇ ਨਾਮ ਦੇ ਅੱਗੇ ਡਾਕਟਰ ਲਵਾ ਸਕਦੇ ਆ। ਤਾਂ ਇਸ ਕਰਕੇ ਮੈਡਮ ਜੀ, ਬੱਚਿਆਂ ਵਾਸਤੇ ਬਹੁਤ ਵਧੀਆ ਗੱਲ ਹੈਗੀ ਆ ਕਿ ਜੇ ਉਹ ਇਸ ਸਟੈਪ ਤੋਂ ਸਿੱਖ ਲੈਣ ਤਾਂ ਉਹ ਰਿਸਰਚ ਦੇ ਕੰਮ ਦੇ ਵਿੱਚ ਵੀ ਅੱਗੇ ਜਾ ਸਕਦੇ ਆ। ਇੱਥੇ ਮੈਂ ਸਰ ਇੱਕ ਗੱਲ ਹੋਰ ਐਡ ਕਰਨਾ ਚਾਹਾਂਗੀ ਕਿ ਬੱਚਿਓ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਇਹ ਤੁਸੀਂ ਲੈਸਨ ਪਹਿਲਾਂ ਪੜ੍ਹੇ ਹੋਏ ਆ। ਤੁਹਾਡਾ ਲੈਸਨ 3, 4, 5 ਜਿਹੜੇ ਹੈਗੇ ਉਹ ਲੈਸਨ ਹੈਗੇ ਆ। ਉਹਨਾਂ ਅਧਿਆਨ ਨੂੰ ਦੀ ਹੀ ਵਰਤੋਂ ਕਰਕੇ ਕਿ ਕਿਸ ਤਰੀਕੇ ਨਾਲ ਅਸੀਂ ਅਰਥ ਸ਼ਾਸਤਰ ਦਾ ਵਿਸ਼ਾ ਆਪਣੀ ਪ੍ਰੈਕਟੀਕਲ ਜ਼ਿੰਦਗੀ ਵਿੱਚ ਅਪਣਾਉਣਾ ਹੈਗਾ, ਕਿਸ ਤਰੀਕੇ ਦਾ ਉਹਦੇ ਕੀ ਫਾਇਦੇ, ਉਹਨਾਂ ਲੈਸਨ ਪੜ੍ਹਨ ਦੇ ਉਹ ਕਿਉਂ ਬਣਾਏ ਗਏ ਹਨ, ਉਹਨਾਂ ਲੈਸਨਾਂ ਨੂੰ ਅਸੀਂ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ, ਉਹਨਾਂ ਦੇ ਨਾਲ ਹੀ, ਉਹਨਾਂ ਦੀ ਮਦਦ ਦੇ ਨਾਲ ਹੀ ਅਸੀਂ ਪ੍ਰੋਜੈਕਟ ਦੀ ਰਚਨਾ ਕਰਾਂਗੇ। ਸੋ ਸਰ, ਇਹਨਾਂ ਦੇ ਬੱਚੇ ਨੂੰ ਸਟੈਪ ਦੱਸੋ ਕਿ ਕਿਹੜੇ ਸਟੈਪ ਇਹਦੇ ਵਿੱਚ ਵਰਤੇ ਜਾਂਦੇ, ਕਿਹੜੇ ਲੈਸਨ ਇਹਦੇ ਵਿੱਚ ਆਉਂਦੇ ਹਨ। ਹਾਂਜੀ ਪਿਆਰੇ ਬੱਚਿਓ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਕਿ ਇਹ ਇੱਕ ਲੜੀਵਾਰ ਜਿਹੜਾ ਇੱਕ ਰਿਪੋਰਟ ਹੈ, ਇੱਕ ਸਰਵੇ ਹੈ। ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਜੋ ਪ੍ਰੋਜੈਕਟ ਅਸੀਂ ਰੱਖਿਆ, ਅਸੀਂ ਜੋ ਪ੍ਰੋਜੈਕਟ ਬਾਰੇ ਅਸੀਂ ਖੋਜ ਕਰਨਾ ਚਾਹੁੰਦੇ ਹਾਂ, ਜੋ ਪ੍ਰੋਜੈਕਟ ਅਸੀਂ ਤਿਆਰ ਕਰਨਾ ਚਾਹੁੰਦੇ ਹਾਂ, ਤਾਂ ਉਹਦਾ ਪਹਿਲਾ ਸਟੈਪ ਜਿਹੜਾ ਹੈਗਾ ਸਾਨੂੰ ਅੰਕੜਿਆਂ ਦਾ ਸੰਗ੍ਰਹਿ ਕਰਨਾ। ਅਸੀਂ ਡਾਟਾ ਕਲੈਕਟ ਕਰਨਾ, ਅੰਕੜੇ ਇਕੱਠੇ ਕਰਨੇ ਆ।
ਤੇ ਬੱਚਿਓ ਅੰਕੜੇ ਜਿਹੜੇ ਆ ਉਹ ਦੋ ਤਰ੍ਹਾਂ ਦੇ ਸੋਮਿਆਂ ਤੋਂ ਇਕੱਠੇ ਕੀਤੇ ਜਾ ਸਕਦੇ ਆ। ਇੱਕ ਤਾਂ ਮੁੱਢਲੇ ਅੰਕੜੇ ਜਿਹੜੇ ਪ੍ਰਾਇਮਰੀ ਡਾਟਾ, ਤੇ ਦੂਸਰਾ ਅਸੀਂ ਸੈਕੰਡਰੀ ਡਾਟਾ ਗੌਣ ਅੰਕੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ। ਸਰ ਇੱਥੇ ਬੱਚੇ ਨੂੰ ਇਹ ਦੱਸੋ ਕਿ ਜਿਹੜੇ ਇਹ ਅੰਕੜੇ ਤੁਸੀਂ ਮੁੱਢਲੇ ਅੰਕੜੇ ਤੇ ਗੌਣ ਅੰਕੜਿਆਂ ਦੀ ਗੱਲ ਕਰ ਰਹੇ ਆ ਆਪਾਂ ਬੱਚਿਆਂ ਦੇ ਨਾਲ, ਕਿ ਇਹ ਦੋਨੋਂ ਤਰ੍ਹਾਂ ਦੇ ਅੰਕੜੇ ਪ੍ਰੋਜੈਕਟ ਵਿੱਚ ਵਰਤੇ ਜਾਂਦੇ ਆ ਜਾਂ ਇੱਕ ਤਰ੍ਹਾਂ ਦੇ ਅੰਕੜੇ ਵਰਤੇ ਜਾਂਦੇ ਆ? ਦੋਨੇ ਤਰ੍ਹਾਂ ਦੇ ਅੰਕੜੇ ਹੀ ਵਰਤ ਸਕਦੇ ਆ ਬੱਚੇ, ਕਿਉਂਕਿ ਮੁੱਢਲੇ ਅੰਕੜੇ ਤਾਂ ਉਹ ਅੰਕੜੇ ਆ ਜਿਹੜੇ ਬੱਚੇ ਖੁਦ ਜਾ ਕੇ ਅੰਕੜੇ ਇਕੱਠੇ ਕਰਨਗੇ ਤੇ ਉਹਦੇ ਤੇ ਸਿੱਟੇ ਕੱਢਣਗੇ, ਤੇ ਜਿਹੜੇ ਗੌਣ ਅੰਕੜੇ ਹੋਣਗੇ ਇਹ ਕਿਸੇ ਦੇ ਇਕੱਤਰ ਕੀਤੇ ਹੋਏ ਅੰਕੜਿਆਂ ਦੀ ਵਰਤੋਂ ਕਰਕੇ ਬੱਚੇ ਜਿਹੜੇ ਆ ਉਹ ਆਪਣੀ ਜਿਹੜੀ ਉਹ ਖੋਜ, ਇਹਦਾ ਜਿਹੜਾ ਪਹਿਲਾ ਸਟੈਪ ਆ ਉਹਨਾਂ ਨੂੰ ਇਕੱਠਾ ਕਰਨ ਦਾ ਜਿਹੜਾ ਉਹਨਾਂ ਦੀ ਬੱਚਤ ਹੋ ਜਾਵੇਗੀ, ਕਿਉਂਕਿ ਉਹਨਾਂ ਨੂੰ ਅੰਕੜੇ ਇਕੱਠੇ ਕੀਤੇ ਕਰਾਏ ਮਿਲ ਜਾਣਗੇ। ਜਿਸ ਤਰ੍ਹਾਂ ਪਿੰਡ ਦੇ ਵਿੱਚ ਕੋਈ ਕੋਆਪਰੇਟਿਵ ਡੈਰੀ ਹੈ ਤਾਂ ਉੱਥੇ ਜਿਹੜੇ ਦੁੱਧ ਉਤਪਾਦਕ ਹਰ ਰੋਜ਼ ਕਿਵੇਂ ਦੁੱਧ ਪਾਉਂਦੇ, ਕਿੰਨਾ ਪਾਉਂਦੇ ਆ, ਕਿੰਨੇ ਮਹੀਨਿਆਂ 'ਚ, ਤਾਂ ਉਹ ਸਾਰੇ ਅੰਕੜੇ ਜਿਹੜੇ ਆ ਉਹਨਾਂ ਨੂੰ ਉਹ ਡੈਰੀ ਵਾਲਿਆਂ ਤੋਂ ਉੱਥੋਂ ਹੀ ਮਿਲ ਸਕਦੇ ਆ, ਕੋਆਪਰੇਟਿਵ ਸੁਸਾਇਟੀ ਤੋਂ ਮਿਲ ਸਕਦੇ ਆ। ਤਾਂ ਇਦਾਂ ਦੇ ਅੰਕੜੇ ਜਿਹੜਾ ਕਿਸੇ ਦੇ ਪਹਿਲਾਂ ਇਕੱਠੇ ਕੀਤੇ ਹੋਏ, ਇਹ ਬੱਚਿਆਂ ਨੇ ਪਹਿਲਾਂ ਪੜ੍ਹ ਹੀ ਚੁੱਕੇ ਇਹਦੇ ਬਾਰੇ। ਤੇ ਉਸ ਤੋਂ ਬਾਅਦ ਮੈਡਮ ਜੀ ਜਦੋਂ ਅੰਕੜੇ ਇਕੱਠੇ ਹੋ ਗਏ ਤਾਂ ਜਿਵੇਂ ਜੇ ਮੁੱਢਲੇ ਅੰਕੜੇ ਇਕੱਠੇ ਕਰਨੇ ਆ ਤਾਂ ਉਹਦੇ ਵਾਸਤੇ ਵੀ ਅੱਗੇ ਦੋ ਵਿਧੀਆਂ ਦੇ ਵਿੱਚੋਂ ਵਿਧੀ ਜਿਹੜੀ ਉਹ ਅਪਣਾਉਣੀ ਪਏਗੀ। ਕੀ ਬੱਚੇ ਨੇ ਜਨਗਣਨਾ ਵਿਧੀ ਅਪਣਾਉਣੀ ਆ ਜਾਂ ਨਮੂਨਾ ਵਿਧੀ? ਜਨਗਣਨਾ ਦੇ ਵਿੱਚ ਬੱਚੇ ਨੂੰ ਹਰ ਮੱਧ ਤੋਂ ਜਾ ਕੇ ਅੰਕੜੇ ਇਕੱਠੇ ਕਰਨੇ ਪੈਣਗੇ, ਤੇ ਨਮੂਨੇ ਦੇ ਵਿੱਚ ਉਹ ਜਿਹੜੇ ਆ ਆਪਣੀ ਜੋ ਮੱਧ ਹੈ ਉਹਦੇ ਵਿੱਚੋਂ ਪਾਪੂਲੇਸ਼ਨ ਦੇ ਵਿੱਚੋਂ ਆਪਣੇ ਜਿਹੜੇ ਆ ਨਮੂਨੇ ਉਹ ਚੁਣੇਗਾ, ਤਾਂ ਉਹਨਾਂ ਤੇ ਜਿਹੜੇ ਡਾਟੇ ਉਹ ਇਕੱਠੇ ਕਰੇਗਾ। ਇਹ ਖੋਜ ਤੇ ਨਿਰਭਰ ਕਰਦਾ ਕਿ ਕੀ ਸਾਡਾ ਖੋਜ ਦਾ ਜਿਹੜਾ ਖੇਤਰ ਬਹੁਤ ਵਿਸਤਾਰ ਤਾਂ ਨਹੀਂ ਹੈਗਾ। ਜੇ ਛੋਟਾ ਜਿਹਾ ਖੇਤਰ ਹੈ, ਜੇ ਸਾਡਾ ਪਿੰਡ ਦੇ ਵਿੱਚ ਹੀ ਹੈ, ਤਾਂ ਅਸੀਂ ਉਹਨੂੰ ਜਨਗਣਨਾ ਦੇ ਤਰੀਕੇ ਦੇ ਨਾਲ ਵੀ ਕਰ ਸਕਦੇ ਹਾਂ, ਤੇ ਜੇ ਸਾਡਾ ਖੇਤਰ ਬਹੁਤ ਵੱਡਾ ਹੈ ਤਾਂ ਫਿਰ ਅਸੀਂ ਨਮੂਨੇ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਹਾਂ। ਸੋ ਬੱਚੇ ਤੁਹਾਡਾ ਪਹਿਲਾ ਸਟੈਪ, ਤੁਸੀਂ ਕਾਪੀ ਪੈਨ ਲੈ ਕੇ ਨਾਲ ਬੈਠੇ ਹੋਵੋਗੇ, ਨਾਲ ਦੀ ਨਾਲ ਆਪਣੇ ਸਟੈਪ ਤੁਸੀਂ ਨੋਟ ਕਰੀ ਜਾਓ। ਤੁਹਾਡਾ ਪਹਿਲਾ ਸਟੈਪ ਸੀਗਾ ਅੰਕੜਿਆਂ ਦਾ ਸੰਗ੍ਰਹਿ, ਮਤਲਬ ਕਿ ਅੰਕੜਿਆਂ ਨੂੰ ਅਸੀਂ ਕਿਸ ਤਰੀਕੇ ਨਾਲ ਇਕੱਠਾ ਕਰਨਾ। ਸਰ ਦੂਸਰੇ ਸਟੈਪ ਬਾਰੇ ਬੱਚਿਆਂ ਨੂੰ ਦੱਸੋ ਕਿ ਦੂਸਰਾ ਸਟੈਪ ਕੀ ਹੋਏਗਾ? ਜਦੋਂ ਅੰਕੜੇ ਇਕੱਠੇ ਹੋ ਗਏ ਤਾਂ ਉਹਨਾਂ ਨੂੰ ਫਿਰ ਅਸੀਂ ਆਰਗੇਨਾਈਜ਼ ਕਰਨਾ, ਉਹਨਾਂ ਨੂੰ ਵਿਵਸਥਿਤ ਕਰਨਾ। ਇਹਨੂੰ ਅਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ, ਜਿਵੇਂ ਭੂਗੋਲਿਕ ਆਧਾਰ ਦੇ ਉੱਤੇ। ਭੂਗੋਲਿਕ ਦਾ ਹੋ ਗਿਆ ਕਿ ਜਿਵੇਂ ਅਸੀਂ 2-3 ਪਿੰਡਾਂ ਦੇ ਅੰਕੜੇ ਇਕੱਠੇ ਕੀਤੇ ਆ ਤਾਂ ਅਸੀਂ ਇੱਕ ਪਿੰਡ, ਦੂਜਾ ਪਿੰਡ, ਤੀਜਾ ਪਿੰਡ, ਇਸ ਤਰ੍ਹਾਂ ਉਹਨਾਂ ਨੂੰ ਕਰ ਸਕਦੇ ਹਾਂ। ਇੱਦਾਂ ਅਸੀਂ ਸਮੇਂ ਦੇ ਅਨੁਸਾਰ ਕਰ ਸਕਦੇ ਹਾਂ, ਜਿਵੇਂ ਪਹਿਲਾ ਹਫ਼ਤਾ, ਦੂਜਾ ਹਫ਼ਤਾ, ਤੀਜਾ ਹਫ਼ਤਾ, ਚੌਥਾ ਹਫ਼ਤਾ। ਜਾਂ ਗੁਣਾਤਮਕ ਤੌਰ ਤੇ ਵੀ ਅਸੀਂ ਜਿਹੜੇ ਸਾਡੇ ਉਹਦੇ ਵਿਵਸਥੀਕਰਨ ਅਸੀਂ ਅੰਕੜਿਆਂ ਨੂੰ ਉਹ ਕਰ ਸਕਦੇ ਹਾਂ, ਜਿਵੇਂ ਧਰਮ ਦੇ ਆਧਾਰ ਤੇ ਕਰ ਸਕਦੇ ਹਾਂ, ਪੇਸ਼ੇ ਦੇ ਆਧਾਰ ਤੇ ਕਰ ਸਕਦੇ ਹਾਂ। ਜਿਵੇਂ ਪਿੰਡ ਦੇ ਵੱਖ-ਵੱਖ ਪੇਸ਼ਿਆਂ ਦੇ ਨਾਲ ਸੰਬੰਧਿਤ ਲੋਕ ਹੋ ਸਕਦੇ ਆ, ਕੋਈ ਕਿਸਾਨੀ ਨਾਲ ਸੰਬੰਧਿਤ ਹੋ ਸਕਦਾ, ਕੋਈ ਸਰਕਾਰੀ ਨੌਕਰੀ ਵਾਲਾ ਹੋ ਸਕਦਾ, ਕੋਈ ਪ੍ਰਾਈਵੇਟ ਨੌਕਰੀ ਹੋ ਸਕਦਾ, ਕੋਈ ਫੌਜ ਦੇ ਵਿੱਚ ਹੋ ਸਕਦਾ, ਪੁਲਿਸ ਵਿੱਚ ਹੋ ਸਕਦਾ। ਤਾਂ ਇਦਾਂ ਮਤਲਬ ਕਿ ਸਰਕਾਰੀ, ਨਿੱਜੀ, ਪ੍ਰਾਈਵੇਟ ਦਾ ਜਿਹੜੇ ਆ ਪੇਸ਼ੇ ਦੇ ਆਧਾਰ ਤੇ, ਫਿਰ ਇੱਦਾਂ ਹੀ ਬੌਧਿਕਤਾ ਦੇ ਆਧਾਰ ਤੇ ਵੀ ਹੋ ਸਕਦਾ, ਮਤਲਬ ਕਿ ਅਨਪੜ੍ਹ, ਪੜ੍ਹੇ ਲਿਖੇ। ਤਾਂ ਇਦਾਂ ਤਾਂ ਸੰਖਿਆਤਮਕ ਵੀ ਜਿਹੜੇ ਉਹ ਉਹਨਾਂ ਨੂੰ ਅਸੀਂ ਵੱਖਰੇ ਵੱਖਰੇ ਅੰਕੜੇ ਉਹ ਵਰਗੀਕਰਨ ਕਰ ਸਕਦੇ ਹਾਂ, ਜਿਵੇਂ ਭਾਰ ਦੇ ਆਧਾਰ ਤੇ, ਲੰਬਾਈ ਦੇ ਆਧਾਰ ਤੇ। ਤਾਂ ਉਸ ਤੋਂ ਬਾਅਦ ਜਦੋਂ ਅਸੀਂ ਉਸ ਨੂੰ ਵਿਵਸਥੀਕਰਨ ਕਰ ਲਿਆ, ਉਸ ਤੋਂ ਬਾਅਦ ਸਾਡੇ ਸਾਹਮਣੇ ਇੱਕ ਲੜੀਆਂ ਆ ਜਾਣਗੀਆਂ। ਤਾਂ ਉਹ 3 ਤਰ੍ਹਾਂ ਦੀਆਂ ਲੜੀਆਂ ਸਾਡੀਆਂ ਹੈ, ਵਿਅਕਤੀਗਤ ਲੜੀਆਂ, ਖੰਡਿਤ ਲੜੀਆਂ ਅਤੇ ਅਖੰਡਿਤ ਲੜੀਆਂ। ਸਟੈਟ ਵਿੱਚ ਬੱਚਿਆਂ ਨੇ ਪੜ੍ਹੀਆਂ ਹੋਈਆਂ। ਹਾਂਜੀ, ਵਿਅਕਤੀਗਤ ਲੜੀਆਂ ਦੇ ਵਿੱਚ ਜਿਹੜੀ ਕੋਈ ਮਾਦਾ ਉਹਦੇ ਇੱਕੋ ਹੀ ਦਾ ਮੁੱਲ ਹੁੰਦਾ, ਉਹਦੀਆਂ ਚ ਜ਼ਿਆਦੀਆਂ ਉਹ ਚ ਮਦਾਂ ਨਹੀਂ ਹੁੰਦੀਆਂ, ਇੱਕ ਹੀ ਮਦ ਦਾ ਮੁੱਲ ਹੈ। ਖੰਡਿਤ ਦੇ ਵਿੱਚ ਉਹਦੇ ਜਿਹੜੀ ਅਵਿਰਤੀ ਹੁੰਦੀ ਹੈ ਇਹਦੇ ਨਾਲ, ਤੇ ਉਹ ਜ਼ਿਆਦਾ ਮਤਲਬ ਕਿ ਜਿਵੇਂ 10 ਅੰਕਾਂ ਵਾਲੇ 5 ਵਿਦਿਆਰਥੀ ਹੈ ਤਾਂ ਇਦਾਂ ਦੇ ਮਤਲਬ ਕਿ ਉਹ ਖੰਡਿਤ। ਦੂਸਰਾ ਜਿਹੜਾ ਅਖੰਡਿਤ ਲੜੀ ਹੈ, ਇਹਨੂੰ ਅਸੀਂ ਇੱਕ ਵਰਗ ਅੰਤਰ ਦੇ ਵਿੱਚ ਅਸੀਂ ਡਾਟੇ ਨੂੰ ਦੱਸਦੇ ਹਾਂ, ਜਿਵੇਂ 0 ਤੋਂ 10, 10 ਤੋਂ 20, 20 ਤੋਂ 30, 30 ਤੋਂ 40। ਤਾਂ ਇਦਾਂ ਅਸੀਂ ਇਹਨੂੰ ਜਿਹੜਾ ਉਹ ਆਰਗੇਨਾਈਜ਼ ਕਰ ਸਕਦੇ ਹਾਂ, ਜਿਹੜੇ ਡਾਟਾ ਅਸੀਂ ਪਹਿਲੇ ਸਟੈਪ ਦੇ ਵਿੱਚ ਇਕੱਠਾ ਕੀਤਾ। ਸੋ ਬੱਚੇ ਇਹ ਸੀ ਤੁਹਾਡਾ ਦੂਸਰਾ ਸਟੈਪ, ਅੰਕੜਿਆਂ ਦਾ ਵਿਵਸਥੀਕਰਨ। ਤੇ ਸਰ ਹੁਣ ਤੀਸਰੇ ਸਟੈਪ ਬਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਦੱਸੋ ਤੁਸੀਂ ਕਿ ਤੀਸਰਾ ਸਟੈਪ ਸਾਡਾ ਕੀ ਹੋਏਗਾ ਤੇ ਕਿਸ ਤਰੀਕੇ ਨਾਲ ਕਰਨਾ ਬੱਚਿਆਂ ਨੇ। ਪਿਆਰੇ ਬੱਚਿਓ, ਜਦੋਂ ਤੁਸੀਂ ਸਾਰਨੀ ਬਣਾ ਲਈ, ਅਵਿਰਤੀਆਂ ਜਿਹੜੀਆਂ ਲੜੀਆਂ ਜਿਹੜੀਆਂ ਉਹ ਵਿਅਕਤੀਗਤ ਲੜੀਆਂ, ਖੰਡਿਤ ਲੜੀਆਂ, ਅਖੰਡਿਤ ਲੜੀਆਂ ਜੋ ਤੁਸੀਂ ਤਿਆਰ ਕਰ ਲਈਆਂ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੁੜ ਕੇ ਆਪਾਂ ਨੇ ਸੌਖਾ ਕਰਨ ਵਾਸਤੇ, ਸਮਝਣ ਵਾਸਤੇ ਅਸੀਂ ਉਹਨਾਂ ਨੂੰ ਪੇਸ਼ ਕਰਨਾ, ਪੇਸ਼ੀਕਰਨ ਕਿਹਾ ਜਾਂਦਾ ਇਹਨੂੰ, ਪ੍ਰੈਜੈਂਟੇਸ਼ਨ ਕਰਨਾ। ਉਹਨੂੰ ਅਸੀਂ ਵੱਖ-ਵੱਖ ਤਰੀਕਿਆਂ ਨਾਲ ਪ੍ਰੈਜੈਂਟ ਕਰ ਸਕਦੇ ਹਾਂ। ਅਸੀਂ ਉਹਦੇ ਦੰਡ ਚਿੱਤਰਾਂ ਦੇ ਰੂਪ ਵਿੱਚ ਬਣਾ ਸਕਦੇ ਹਾਂ, ਅਸੀਂ ਵ੍ਰਿਤ ਚਿੱਤਰ ਜਿਹੜਾ ਚੱਕਰ ਦੇ ਵਿੱਚ ਹੈਗਾ ਉਸ ਦੀ ਵਰਤੋਂ ਕਰ ਸਕਦੇ ਹਾਂ, ਤਿਆਰ ਕਰ ਸਕਦੇ ਹਾਂ। ਇੱਦਾਂ ਹੀ ਆਇਤ ਚਿੱਤਰ ਬਣਾ ਸਕਦੇ ਹਾਂ, ਤੇ ਆਇਤ ਬਹੁਭੁਜ ਜਿਹੜੀ ਉਹ ਬਣਾ ਸਕਦੇ ਹਾਂ, ਆਇਤ ਚਿੱਤਰ ਜਾਂ ਬਹੁਭੁਜ ਬਣਾ ਸਕਦੇ ਹਾਂ। ਰੇਖਾਈ ਗ੍ਰਾਫ ਬਣਾ ਸਕਦੇ ਹਾਂ। ਜਦ ਤੁਸੀਂ ਬੱਚੇ ਆਮ ਅਖਬਾਰਾਂ ਦੇ ਵਿੱਚ ਵੀ ਇੱਕ ਪੇਜ ਜਿਹੜਾ ਹੁੰਦਾ ਵਪਾਰ ਦੇ ਨਾਲ ਸੰਬੰਧਿਤ, ਉੱਥੇ ਉਹਨਾਂ ਨੂੰ ਹਰ ਰੋਜ਼ ਇਸ ਤਰ੍ਹਾਂ ਦੇ ਜਿਹੜਾ ਰੇਖਾਈ ਗ੍ਰਾਫ, ਦੰਡ ਚਿੱਤਰ ਬਣੇ ਹੋਏ, ਵ੍ਰਿਤ ਚਿੱਤਰ ਜਿਹੜੇ ਰੋਜ਼ਾਨਾ ਮਿਲਦੇ ਆ, ਬੱਚੇ ਉਹਦੇ ਤੋਂ ਵੀ ਦੇਖ ਸਕਦੇ ਆ ਕਿ ਉਹ ਕਿਸ ਤਰ੍ਹਾਂ ਦੇ ਤਿਆਰ ਕੀਤੇ ਹੁੰਦੇ ਆ। ਇਹ ਸੀ ਸਾਡਾ ਬੱਚਿਓ ਤੀਸਰਾ ਸਟੈਪ, ਅੰਕੜਿਆਂ ਦਾ ਪੇਸ਼ੀਕਰਨ। ਤੇ ਇਸ ਤੋਂ ਅਗਲਾ ਸਾਡਾ ਚੌਥਾ ਸਟੈਪ ਹੋਏਗਾ ਅੰਕੜਿਆਂ ਦਾ ਵਿਸ਼ਲੇਸ਼ਣ।
ਹੁਣ ਆਪਣਾ ਅੰਕੜੇ ਇਕੱਠੇ ਵੀ ਕਰ ਲਏ, ਉਹਨਾਂ ਦਾ ਪੇਸ਼ੀਕਰਨ ਵੀ ਕਰਤਾ, ਤੇ ਸਰ ਹੁਣ ਵਿਸ਼ਲੇਸ਼ਣ ਦੇ ਵਿੱਚ ਅਸੀਂ ਕੀ ਕਰਾਂਗੇ ਉਹਨਾਂ ਬਾਰੇ? ਜਦੋਂ ਅਸੀਂ ਜਿਹੜੇ ਅੰਕੜੇ ਅਸੀਂ ਇਕੱਠੇ ਕੀਤੇ ਆ, ਪੇਸ਼ ਕੀਤੇ ਆ, ਉਹਨਾਂ ਦੇ ਅਸੀਂ ਜਿਹੜੇ ਜਿਵੇਂ ਦੰਡ ਚਿੱਤਰ ਵਗੈਰਾ ਅਸੀਂ ਉਹਨਾਂ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਅਸੀਂ ਉਸ ਨੂੰ ਪੇਸ਼ ਕਰ ਲਿਆ। ਉਸ ਤੋਂ ਬਾਅਦ ਉਹਨਾਂ ਤੇ ਅਸੀਂ ਕੋਈ ਸਿੱਟੇ ਵੀ ਕੱਢਣੇ ਆ, ਜਿਵੇਂ ਅਸੀਂ ਕੋਈ ਪ੍ਰਤੀਸ਼ਤ ਕੱਢਣਾ ਹੋਵੇ, ਅਸੀਂ ਦੋ ਦੇ ਵਿੱਚ ਤੁਲਨਾ ਕਰਨੀ ਹੋਵੇ, ਜਾਂ ਉਹਨਾਂ ਦਾ ਦੋ ਦਾ ਸੰਬੰਧ ਪਤਾ ਕਰਨਾ ਹੋਵੇ, ਤਾਂ ਇਹ ਸਾਰੇ ਜਿਹੜਾ ਐਨਾਲਿਸਿਸ ਜਿਹੜੇ ਬੱਚਿਆਂ ਨੇ ਮੈਡਮ ਜੀ ਪਹਿਲੇ ਚੈਪਟਰ ਤੋਂ ਲੈ ਕੇ ਮਤਲਬ ਕਿ 9ਵੇਂ ਚੈਪਟਰ ਤੱਕ ਜਿਹੜਾ ਬੱਚਿਆਂ ਨੇ ਇਹਦੇ ਵਿੱਚ ਸੰਖਿਆਕੀ ਦੇ ਵਿੱਚ ਕੀਤਾ, ਉਹ ਉਹਦੇ ਵਿੱਚ ਮੇਨ, ਮੀਡੀਅਨ, ਮੋਡ, ਸਟੈਂਡਰਡ ਡੀਵੀਏਸ਼ਨ, ਉਹ ਸਾਰੇ ਜਿਹੜੇ ਆ ਵਿਸ਼ਲੇਸ਼ਣ ਦੇ ਹੀ ਉਹ ਚਾਰ ਹੈਗੇ ਆ। ਤੇ ਬੱਚੇ ਉਹ ਤੋਂ ਮਤਲਬ ਕਿ ਉਹ ਸਿੱਖ ਸਕਦੇ ਆ ਕਿ ਅਸੀਂ ਇਹਨਾਂ ਦੇ ਅੱਗੇ ਰਿਜ਼ਲਟ ਕੱਢਣੇ ਆ, ਤੇ ਜੇ ਔਸਤ ਕੱਢਣੀ ਹੈ ਤੇ ਅਸੀਂ ਕਿਸ ਤਰ੍ਹਾਂ ਕੱਢਣੀ ਆ, ਅਸੀਂ ਜਿਹਦਾ ਮੀਨ ਕੱਢਣਾ, ਯਾਨੀ ਮੀਡੀਅਨ ਕੱਢਣਾ, ਮੋਡ ਕੱਢਣਾ, ਜਾਂ ਸਟੈਂਡਰਡ ਡੀਵੀਏਸ਼ਨ ਕੱਢਣਾ, ਤਾਂ ਇਸ ਤਰ੍ਹਾਂ ਇਸ ਪਾਰਟ ਨੂੰ ਅਸੀਂ ਵਿਸ਼ਲੇਸ਼ਣ ਕਹਿੰਦੇ ਆ, ਐਨਾਲਿਸਿਸ ਕਹਿੰਦੇ ਆ ਉਸ ਡਾਟੇ ਦਾ। ਤੇ ਫਿਰ ਸਰ ਇਹ ਕੋਈ ਨਵੀਂ ਗੱਲ ਤਾਂ ਬੱਚਿਆਂ ਵਾਸਤੇ ਨਹੀਂ ਹੋਈ, ਇਹ ਤਾਂ ਇੱਕ ਤਰ੍ਹਾਂ ਦਾ ਉਹਨਾਂ ਦਾ ਪੜ੍ਹੀਆਂ ਹੋਈਆਂ ਚੀਜ਼ਾਂ ਨੂੰ ਆਪਾਂ ਪ੍ਰੈਕਟੀਕਲ ਲਾਈਫ ਦੇ ਵਿੱਚ ਕਿੱਦਾਂ ਢਾਲਣਾ ਹੈਗਾ, ਉਹ ਉਹਨਾਂ ਦੇ ਬਾਰੇ ਆਪਾਂ ਪ੍ਰੋਜੈਕਟ ਵਿੱਚ ਦੱਸਣਾ। ਇਹਦਾ ਮਤਲਬ ਬੱਚਿਓ ਤੁਸੀਂ ਇਹ ਗੱਲਾਂ ਪਹਿਲਾਂ ਪੜ੍ਹੀਆਂ ਹੋਈਆਂ ਹੈਗੀਆਂ, ਤੁਹਾਡਾ ਸਿਰਫ ਰਿਵਾਈਜ਼ ਕਰਾਉਣ ਦਾ ਇਹ ਮਕਸਦ ਸੀ ਕਿ ਤੁਹਾਡੇ ਦਿਮਾਗ ਦੇ ਵਿੱਚ ਆ ਜਾਣ ਕਿ ਇਹ ਚੀਜ਼ਾਂ ਅਸੀਂ ਕੀਤੀਆਂ ਹੋਈਆਂ। ਇਸ ਤੋਂ ਅਗਲਾ ਸਟੈਪ ਵੀ ਹੋਏਗਾ ਸਰ ਕੋਈ? ਹਾਂਜੀ, ਕਿਉਂਕਿ ਜਿਹੜਾ ਵੀ ਅਸੀਂ ਕੋਈ ਪ੍ਰੋਜੈਕਟ ਬਣਾਉਣਾ ਉਸ ਦਾ ਕੋਈ ਅਸੀਂ ਸਿੱਟੇ ਕੱਢਣੇ ਆ, ਉਹਦੇ ਤੇ ਮਤਲਬ ਕਿ ਉਹਦਾ ਰਿਜ਼ਲਟ ਵੀ ਕੱਢਣਾ ਕਿ ਅਸੀਂ ਖੋਜ ਜਿਹੜੀ ਕੀਤੀ ਆ ਕਿ ਉਹਦਾ ਰਿਜ਼ਲਟ ਕੀ ਨਿਕਲਿਆ। ਉਹਦਾ ਵੱਖ-ਵੱਖ ਤਰ੍ਹਾਂ ਦੇ ਮਤਲਬ ਕਿ ਕੋਈ ਵੀ ਸਾਡਾ ਪ੍ਰੋਜੈਕਟ ਹੋ ਸਕਦਾ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਅਖਬਾਰ ਵੇਚਣ ਵਾਲਾ ਦਾ ਕੋਈ ਪ੍ਰੋਜੈਕਟ ਹੋ ਸਕਦਾ, ਇੱਦਾਂ ਹੀ ਮਤਲਬ ਕਿ ਹੋਰ ਕੋਈ ਪਿੰਡ ਦੇ ਵਿੱਚ ਕਿੱਤਿਆਂ ਬਾਰੇ ਸੰਬੰਧਿਤ ਹੋ ਸਕਦਾ, ਤਾਂ ਅਸੀਂ ਉਹਦੇ 'ਤੇ ਸਿੱਟੇ ਕੱਢਣੇ ਆ। ਤਾਂ ਇਹ ਲਾਸਟ ਜਿਹੜਾ ਹੈਗਾ ਸਾਡੀ ਖੋਜ ਦਾ, ਇਹਦੇ ਬਿਨਾਂ ਸਾਰਾ ਪ੍ਰੋਜੈਕਟ ਜਿਹੜਾ ਉਹ ਅਧੂਰਾ, ਕਿਉਂਕਿ ਜਿੰਨਾ ਚਿਰ ਅਸੀਂ ਜੇ ਸਿੱਟੇ ਹੀ ਨਹੀਂ ਕੱਢਾਂਗੇ ਤਾਂ ਸਾਡੀ ਖੋਜ ਦਾ ਕੋਈ ਜਿਹੜਾ ਮਤਲਬ ਨਹੀਂ ਹੋਏਗਾ। ਤੇ ਸਰ ਫਿਰ ਇਹਨਾਂ ਪੰਜ ਜਿਹੜੇ ਸਟੈਪ ਨੂੰ ਲੈ ਕੇ ਅੱਜ ਆਪਾਂ ਇੱਕ ਪ੍ਰੋਜੈਕਟ ਦੀ ਰਚਨਾ ਕਰਾਂਗੇ। ਤੇ ਸਰ ਤੁਸੀਂ ਬੱਚਿਆਂ ਵਾਸਤੇ ਕਿਹੜਾ ਪ੍ਰੋਜੈਕਟ ਲੈ ਕੇ ਆਏ ਹੋਏ ਹੋ? ਹਾਂਜੀ, ਮੈਂ ਅੱਜ ਦਾ ਜਿਹੜਾ ਪ੍ਰੋਜੈਕਟ ਬਾਰੇ ਆਪਾਂ ਬੱਚਿਆਂ ਨਾਲ ਅੱਜ ਮੈਡਮ ਦੀ ਗੱਲ ਕਰਨ ਲੱਗੇ ਆ, ਉਹ ਹੈ ਕਿ ਬਾਜ਼ਾਰ ਵਿੱਚ ਸਬਜ਼ੀਆਂ ਦੀਆਂ ਬਦਲਦੀਆਂ ਕੀਮਤਾਂ ਦੇ ਬਾਰੇ। ਮਤਲਬ ਕਿ ਬਾਜ਼ਾਰ ਹੋਵੇ, ਸ਼ਹਿਰ ਦਾ ਹੋਵੇ ਜਾਂ ਪਿੰਡ ਦਾ ਹੋਵੇ, ਜਿਹਦੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਸਮੇਂ-ਸਮੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਆਮ ਸਬਜ਼ੀਆਂ ਜਿਹੜੀਆਂ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ, ਕਿਤੇ ਮਹਿੰਗੀਆਂ ਹੋ ਜਾਂਦੀਆਂ, ਕਿਤੇ ਸਸਤੀਆਂ ਹੋ ਜਾਂਦੀਆਂ। ਤਾਂ ਇਹਨਾਂ ਬਾਰੇ ਅਸੀਂ ਇੱਕ ਜਿਹੜਾ ਉਹ ਪ੍ਰੋਜੈਕਟ ਆ ਉਹ ਤਿਆਰ ਕਰਨ ਵਾਸਤੇ ਆਪਾਂ ਲੈ ਕੇ ਆਏ ਅੱਜ। ਤੇ ਬੱਚੇ ਇਹਦਾ ਮਤਲਬ ਦੇਖੋ, ਸਬਜ਼ੀਆਂ ਦੀਆਂ ਕੀਮਤਾਂ ਬਾਰੇ ਜਿਹੜਾ ਤੁਹਾਡਾ ਪ੍ਰੋਜੈਕਟ ਹੈ ਬਿਲਕੁਲ ਤੁਹਾਡਾ ਘਰੇਲੂ ਜਿਹਾ ਪ੍ਰੋਜੈਕਟ ਹੈ, ਜਿਹਦੇ ਵਿੱਚ ਤੁਸੀਂ ਰੋਜ਼ ਦੇਖਦੇ ਰਹਿੰਦੇ ਹੋ ਕਿ ਰੋਜ਼ ਬਾਜ਼ਾਰ ਜਾਂਦੇ ਹੋ, ਰੋਜ਼ਮਰਾ ਦੀਆਂ ਚੀਜ਼ਾਂ ਖਰੀਦਦੇ ਹੋ, ਸਬਜ਼ੀਆਂ ਬਾਰੇ ਜਾਣਕਾਰੀ ਲੈਂਦੇ ਹੋ, ਕੀਮਤਾਂ ਪਤਾ ਕਰਦੇ ਹੋ, ਤੇ ਆਪਾਂ ਉਹਦੇ ਬਾਰੇ ਤੁਹਾਡੇ ਸਾਹਮਣੇ ਜਿਹੜੀ ਪ੍ਰੋਜੈਕਟ ਰਿਪੋਰਟ ਪੇਸ਼ ਕਰਾਂਗੇ। ਤੇ ਸਰ ਹੁਣ ਇਹ ਤੁਸੀਂ ਜਿਹੜੇ ਸਰੋਤ ਲਏ ਹੈਗੇ ਆ, ਉਹ ਕਿਹੜੇ ਸਰੋਤ ਲੈ ਲਏ? ਕਿੱਥੋਂ ਸਬਜ਼ੀਆਂ ਤਾਂ ਆਪਣੇ ਰੇਹੜੀਆਂ ਤੇ ਵੀ ਆਉਂਦੀਆਂ, ਸਬਜ਼ੀਆਂ ਦੁਕਾਨਾਂ ਤੇ ਵੀ ਹੁੰਦੀਆਂ, ਤੇ ਕਿਸ ਤਰੀਕੇ ਨਾਲ ਆਪਾਂ ਸ਼ੁਰੂਆਤ ਕਰਾਂਗੇ? ਮੈਂ ਜਿਹੜੇ ਸਰੋਤ ਅੱਜ ਲਏ ਆ ਮਤਲਬ ਕਿ ਬੱਚਿਆਂ ਦੇ ਨੇੜ ਤੇੜ ਦੇ ਹੀ ਆ। ਬੱਚਿਆਂ ਨੂੰ ਜਿਵੇਂ ਪਿੰਡਾਂ ਦੇ ਵਿੱਚ ਕੋਈ ਸਬਜ਼ੀ ਦੀ ਪੱਕੀ ਦੁਕਾਨ ਵੀ ਹੁੰਦੀ ਆ, ਤੇ ਜਾਂ ਕੋਈ ਬਾਹਰੋਂ ਸਬਜ਼ੀ ਵੇਚਣ ਵਾਲਾ ਪਿੰਡਾਂ 'ਚ ਵੀ ਹੁੰਦਾ, ਸ਼ਹਿਰਾਂ ਦੇ ਵਿੱਚ ਵੀ ਆ ਕਿ ਪੱਕੀਆਂ ਦੁਕਾਨਾਂ ਵੀ ਸਬਜ਼ੀ ਦੀਆਂ ਹੁੰਦੀਆਂ ਜਿੱਥੋਂ ਅਸੀਂ ਸਬਜ਼ੀ ਖਰੀਦਦੇ ਆ, ਤੇ ਜਾਂ ਕੋਈ ਜਿਹੜੇ ਬਾਹਰੋਂ ਰੇਹੜੀ ਵਾਲੇ ਜਾਂ ਰੇੜੇ ਵਾਲੇ ਜਾਂ ਹੋਰ ਜਿਹੜੇ ਆ ਉਹ ਸਬਜ਼ੀ ਵੇਚਣ ਵਾਸਤੇ ਆਉਂਦੇ ਆ। ਤਾਂ ਅਸੀਂ ਉਹਨਾਂ ਤੋਂ ਜਿਹੜਾ ਆਪਣੇ ਪ੍ਰੋਜੈਕਟ ਦੇ ਅਨੁਸਾਰ, ਪ੍ਰੋਜੈਕਟ ਦੇ ਉਦੇਸ਼ ਦੇ ਅਨੁਸਾਰ ਅਸੀਂ ਉਹਨਾਂ ਤੋਂ ਜਿਹੜੀਆਂ ਸਬਜ਼ੀਆਂ, ਮੁੱਖ ਸਬਜ਼ੀਆਂ ਜਿਹੜੀਆਂ ਆਮ ਵਰਤੋਂ ਦੀਆਂ ਲੋਕਾਂ ਦੇ ਵਰਤੋਂ ਆਉਣ ਵਾਲੀਆਂ, ਉਹਨਾਂ ਦੇ ਅਸੀਂ ਰੇਟ ਜਿਹੜੇ ਆ ਉਹ ਇਕੱਠੇ ਕਰਨੇ ਆ, ਤੇ ਉਹਦੇ ਤੇ ਆਪਾਂ ਨੇ ਰਿਸਰਚ ਜਿਹੜੀ ਆ ਪ੍ਰੋਜੈਕਟ ਜਿਹੜਾ ਆਪਾਂ ਨੇ ਤਿਆਰ ਕਰਨਾ। ਸਰ ਦੇਖਿਆ ਗਿਆ ਕਿ ਜਿਹੜੇ ਰੇਹੜੀ ਵਾਲਿਆਂ ਦੀਆਂ ਕੀਮਤਾਂ ਹੁੰਦੀਆਂ ਸਬਜ਼ੀਆਂ ਦੀਆਂ ਹੋਰ ਹੁੰਦੀਆਂ, ਦੁਕਾਨਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਹੋਰ ਹੁੰਦੀਆਂ, ਤੇ ਬੱਚੇ ਕਿਸ ਤਰੀਕੇ ਨਾਲ ਇਹਨੂੰ ਐਨਾਲਾਈਜ਼ ਕਰ ਪਾਉਣਗੇ, ਕਿਸ ਤਰੀਕੇ ਨਾਲ ਇਹ ਕਰਨਗੇ? ਹਾਂ ਮੈਡਮ, ਇਹ ਆਪਾਂ ਬਾਅਦ ਵਿੱਚ ਵੀ ਗੱਲ ਕਰਾਂਗੇ ਕਿ ਕਿਉਂਕਿ ਉਹਨਾਂ ਦੇ ਸਰੋਤ ਵੱਖਰੇ ਆ, ਉਹਨਾਂ ਦੇ ਜਿਹੜਾ ਜਿਵੇਂ ਦੁਕਾਨਦਾਰ ਨੂੰ ਕੋਈ ਆਪਣੀ ਦੁਕਾਨ ਦਾ ਕਿਰਾਇਆ ਵੀ ਦੇਣਾ ਪੈ ਰਿਹਾ, ਇਸ ਤਰ੍ਹਾਂ ਜੋ ਰੇਹੜੀ ਵਾਲਾ ਹੈਗਾ ਜਾਂ ਰੇੜੇ ਵਾਲਾ, ਉਹ ਹੋ ਸਕਦਾ ਕੋਈ ਕਿਸੇ ਸਰੋਤ ਤੋਂ ਸਿੱਧਾ ਹੀ ਸਬਜ਼ੀ ਲੈ ਕੇ ਆਉਂਦਾ ਹੋਵੇ, ਉਹ ਕਿਸਾਨ ਤੋਂ ਲੈ ਕੇ ਆਉਂਦਾ ਹੋਵੇ, ਤਾਂ ਹੋ ਸਕਦਾ ਉਹਦੇ ਰੇਟ ਜਿਹੜੇ ਘੱਟ ਹੋਣ। ਤਾਂ ਇਹਦਾ ਜਿਹੜਾ ਅੰਤਰ, ਇਹਦੇ ਕਰਕੇ ਅੰਤਰ ਹੋ ਸਕਦਾ ਇਹਨਾਂ ਦੇ ਵਿੱਚ। ਇਹ ਆਪਾਂ ਅੱਗੇ ਇਹਦੇ ਬਾਰੇ ਐਂਡ ਦੇ ਵਿੱਚ ਜਦੋਂ ਆਪਾਂ ਨੇ ਸਿੱਟੇ ਕੱਢਣੇ ਆ ਤਾਂ ਉਦੋਂ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਇਹਦਾ ਮਤਲਬ ਸਭ ਤੋਂ ਪਹਿਲਾਂ ਸਾਡੀ ਹੈਗੀ ਸਟੈਪ ਜਿਹੜਾ ਸੀ ਫਾਰਮੈਟ ਇੱਕ ਤਿਆਰ ਕਰਾਂਗੇ ਕਿ ਕਿਸ ਤਰੀਕੇ ਨਾਲ ਫਾਰਮੈਟ ਤਿਆਰ ਕਰਨਾ ਹੈ। ਹਾਂਜੀ, ਪਹਿਲਾਂ ਆਪਾਂ ਨੇ ਅੰਕੜੇ ਇਕੱਠੇ ਕਰਨੇ ਆ, ਇੱਕ ਡਿਜ਼ਾਈਨ ਤਿਆਰ ਕਰਨਾ, ਇੱਕ ਫਾਰਮੈਟ ਤਿਆਰ ਕਰਨਾ, ਤੇ ਵਿਦਿਆਰਥੀ ਬਾਜ਼ਾਰ ਵਿੱਚ ਜ਼ਿਆਦਾ ਵਿਕਣ ਵਾਲੀਆਂ ਸਬਜ਼ੀਆਂ ਵੱਲ ਧਿਆਨ, ਬਾਜ਼ਾਰ ਮਤਲਬ ਕਿ ਪਿੰਡ ਦਾ ਜਾਂ ਸ਼ਹਿਰ ਦਾ, ਮਤਲਬ ਕਿ ਪਿੰਡ ਦੇ ਵਿੱਚ ਵੀ ਹੋ ਸਕਦਾ ਇਹ, ਤੇ ਜਿਹੜੀਆਂ ਆਮ ਸਬਜ਼ੀਆਂ ਵਿਕਣ ਵਾਸਤੇ ਆਉਂਦੀਆਂ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਬੱਚਿਆਂ ਨੇ ਨੋਟ ਕਰਨੀਆਂ। ਤੇ ਇਹਨਾਂ ਨੂੰ ਕੀਮਤਾਂ ਨੂੰ ਨੋਟ ਕਰਨ ਵਾਸਤੇ ਸਰ ਕਿ ਉਹ ਕੋਈ ਸਮਾਂ ਮਿੱਥ ਲੈਣ ਬੱਚੇ ਕਿ ਕਿੰਨਾ ਟਾਈਮ ਆ। ਆਮ ਤੌਰ ਤੇ ਇਹ ਤਾਂ ਹੋ ਨਹੀਂ ਸਕਦਾ ਕਿ ਇੱਕ ਦਿਨ ਦੇ ਨਾਲ ਹੀ ਆਪਾਂ ਪ੍ਰੋਜੈਕਟ ਰਿਪੋਰਟ ਬਣਾ ਲਈਏ। ਤਾਂ ਇਹਦਾ ਮਤਲਬ ਮੇਰੇ ਖਿਆਲ ਬੱਚਿਓ ਕਿ 1 ਮਹੀਨੇ ਦਾ ਸਮਾਂ ਤੁਹਾਨੂੰ ਲੈਣਾ ਚਾਹੀਦਾ ਹੈਗਾ। ਰੋਜ਼-ਰੋਜ਼ ਤਾਂ ਤੁਸੀਂ ਦੁਕਾਨ ਤੇ ਜਾ ਕੇ ਚੇਂਜ ਨਹੀਂ ਹੋ ਸਕਦੀਆਂ ਕੀਮਤਾਂ, ਇਸ ਕਰਕੇ ਕੋਈ ਡਿਊਰੇਸ਼ਨ ਹੋਣੀ ਚਾਹੀਦੀ ਹੈ ਕਿ ਇੰਨੇ ਸਮੇਂ ਦੇ ਬਾਅਦ ਉਹ ਸਰ ਤੁਹਾਨੂੰ ਦੱਸਣਗੇ ਕਿ ਕਿੰਨੇ ਸਮੇਂ ਦੇ ਬਾਅਦ ਤੁਸੀਂ ਕੀਮਤਾਂ ਪੁੱਛਣ ਜਾਣੀਆਂ। ਅੱਜ ਦੇ ਪ੍ਰੋਜੈਕਟ ਦੇ ਵਿੱਚ ਆਪਾਂ ਨੇ 7 ਹਫ਼ਤੇ ਲਏ ਆ,
ਤੇ ਮਤਲਬ ਕਿ ਪਹਿਲਾ ਹਫਤਾ, ਦੂਜਾ ਹਫਤਾ, ਤੀਜਾ ਹਫਤਾ, ਚੌਥਾ, ਇਹਦਾ 7ਵੇਂ ਹਫਤੇ ਤੱਕ ਆਪਾਂ ਨੇ ਹਰ ਹਫਤੇ ਅਸੀਂ ਇੱਕ ਵਾਰੀ ਕੀਮਤਾਂ ਨੋਟ ਕਰਨੀਆਂ ਤੇ ਉਸ ਤੋਂ ਬਾਅਦ ਫਿਰ ਅਗਲਾ ਹਫਤਾ ਜਦੋਂ ਆਏਗਾ ਫਿਰ ਨੋਟ ਕਰਨੀ ਹੈ। ਤਾਂ 7 ਹਫਤਿਆਂ ਦੇ ਲਈ ਅਸੀਂ ਕੀਮਤਾਂ ਨੋਟ ਕਰਾਂਗੇ ਤੇ ਫਿਰ ਉਹਨਾਂ ਦੇ ਉੱਤੇ ਆਪਣੇ ਜਿਹੜੇ ਤੁਸੀਂ ਮਹੀਨਾ ਜਿਹੜਾ ਉਹ ਦਸੰਬਰ ਤੇ ਜਨਵਰੀ ਲੈ ਲਿਆ। ਹਾਂਜੀ, ਮਤਲਬ ਕਿ ਜਿਵੇਂ ਹੁਣ ਅੱਜ ਸ਼ੁਰੂ ਹੋਣ ਵਾਲੀ ਠੰਡ ਹੈ, ਇਸ ਤਰ੍ਹਾਂ ਮਤਲਬ ਕਿ ਠੰਡ 'ਚ ਆਉਣ ਵਾਲੀਆਂ ਸਰਦੀਆਂ ਦੀਆਂ ਜਿਹੜੀਆਂ ਸਬਜ਼ੀਆਂ ਉਹਨਾਂ ਬਾਰੇ ਜਿਹੜਾ ਪ੍ਰੋਜੈਕਟ ਆਪਾਂ ਲਵਾਂਗੇ। ਠੀਕ ਹੈ, ਤੇ ਆਪਣੇ ਪ੍ਰੋਜੈਕਟ ਦਾ ਨਾਮ ਹੋ ਗਿਆ ਇਲਾਕੇ ਵਿੱਚ ਵਿਕਣ ਲਈ ਆਉਂਦੀਆਂ ਮੁੱਖ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਤਬਦੀਲੀ ਬਾਰੇ ਪ੍ਰੋਜੈਕਟ। ਹਾਂਜੀ, ਤਬਦੀਲੀ ਬਾਰੇ ਪਤਾ ਕਰਨਾ ਪਿਆ ਕਿ ਕੀ ਤਬਦੀਲੀ ਕੀ ਆਈ, ਕਿਸ ਤਰ੍ਹਾਂ ਦੀ ਤਬਦੀਲੀ ਆਈ, ਘਟੀਆਂ ਕੀਮਤਾਂ ਜਾਂ ਵਧੀਆਂ, ਉਹਨਾਂ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ, ਇਹਦੇ ਬਾਰੇ। ਠੀਕ ਹੈ ਜੀ। ਤੇ ਹੁਣ ਸਰ ਉਸ ਤੋਂ ਪਹਿਲਾਂ ਕੀ ਕਰਨਗੇ ਬੱਚੇ, ਕਿਸ ਤਰੀਕੇ ਨਾਲ ਅੰਕੜੇ ਇਕੱਠੇ ਕਰਨਗੇ? ਹਾਂਜੀ, ਇਸ ਤਰ੍ਹਾਂ ਬੱਚਿਆਂ ਨੇ ਉਹਦਾ ਫਾਰਮੈਟ ਤਿਆਰ ਕਰਨਾ ਕਿ ਜਿਹੜੀਆਂ ਸਬਜ਼ੀਆਂ ਮੰਨ ਲਓ ਆਪਾਂ ਨੇ ਜਿਹੜੀਆਂ ਮੁੱਖ ਸਬਜ਼ੀਆਂ ਪਿਆਜ਼, ਆਲੂ, ਗਾਜਰ, ਮਟਰ, ਗੋਭੀ, ਮੂਲੀ ਤੇ ਅਦਰਕ, ਤਾਂ ਇਹਨਾਂ ਦਾ ਨੇੜੇ ਦੀ ਦੁਕਾਨ ਤੋਂ ਆਪਾਂ ਜਾ ਕੇ ਜਿਹੜੇ ਉਹ ਰੇਟ ਜਿਹੜੇ ਉਹ ਪਤਾ ਕਰਨੇ ਆ। ਪਹਿਲੇ ਹਫਤੇ ਜਦੋਂ ਆਪਾਂ ਜਾਵਾਂਗੇ ਇਹਨਾਂ ਕੋਲੇ ਤਾਂ ਉਹਨਾਂ ਤੋਂ ਆਪਾਂ ਪਿਆਜ਼ ਦਾ ਰੇਟ ਪੁੱਛਾਂਗੇ, ਇਸ ਤਰ੍ਹਾਂ ਫਾਰਮੈਟ ਹੋਏਗਾ ਆਪਣਾ, ਤੇ ਆਲੂ ਦਾ ਰੇਟ ਪੁੱਛਾਂਗੇ, ਫਿਰ ਗਾਜਰ ਦਾ 10 ਰੁਪਏ ਆ, ਮਟਰ 80 ਰੁਪਏ ਆ, ਕਿਉਂਕਿ ਬਾਜ਼ਾਰ ਦੇ ਵਿੱਚ ਮਟਰ ਮਹਿੰਗੇ ਚੱਲ ਰਹੇ, ਤੇ ਗੋਭੀ ਇਹਦਾ 30 ਰੁਪਏ, ਮੂਲੀ 20 ਰੁਪਏ, ਅਦਰਕ 100 ਰੁਪਏ ਕਿਲੋ। ਇਹ ਸਾਰੇ ਕਿਲੋ ਦੇ ਹਿਸਾਬ, 1 ਕਿਲੋ ਦੇ ਰੇਟ ਤਾਂ ਕਿਲੋ ਦੇ ਹਿਸਾਬ ਦੇ ਨਾਲ ਇਹ ਰੇਟ ਰੁਪਿਆਂ ਦੇ ਵਿੱਚ ਆਏ ਜੋ ਸਾਡੇ ਅੰਕੜੇ ਆ। ਠੀਕ ਹੈ। ਇਸ ਤਰ੍ਹਾਂ ਹੀ ਮੁੜ ਕੇ ਫਿਰ ਦੂਜੇ ਹਫਤੇ ਬੱਚੇ ਉਸੇ ਹੀ ਦੁਕਾਨ ਤੇ ਜਾਣਗੇ, ਕਿਉਂਕਿ ਇੱਕ ਦੁਕਾਨ ਤੋਂ ਹੀ ਜਿਹੜੀ ਇਲਾਕੇ ਦੇ ਵਿੱਚ ਉਹਨਾਂ ਦੇ ਨੇੜ ਤੇੜ ਹੈਗੀ ਆ ਉਸ ਤੋਂ ਹੀ ਇਹ ਪਤਾ ਕਰਨਾ, ਤਾਂ ਹੀ ਅਸੀਂ ਜਿਹੜਾ ਅਥੈਂਟਿਕ ਉਹਦੀ ਜਿਹੜੀ ਤਬਦੀਲੀ ਆ ਉਹ ਪਤਾ ਕਰ ਸਕਾਂਗੇ। ਤਾਂ ਫਿਰ ਪਿਆਜ਼ 18 ਹੋ ਗਿਆ, ਆਲੂ 8 ਰੁਪਏ ਹੋ ਗਿਆ। ਦੂਜੇ ਹਫਤੇ ਦੀਆਂ ਕੀਮਤਾਂ ਜਿਹੜੀਆਂ ਇਹ ਰੁਪਏ ਪ੍ਰਤੀ ਕਿਲੋ ਆ, 18 ਰੁਪਏ ਪ੍ਰਤੀ ਕਿਲੋ। ਫਿਰ ਆਲੂ 8 ਰੁਪਏ ਪ੍ਰਤੀ ਕਿਲੋ, ਗਾਜਰ 12 ਰੁਪਏ ਪ੍ਰਤੀ ਕਿਲੋ, ਮਟਰ 90 ਰੁਪਏ ਪ੍ਰਤੀ ਕਿਲੋ, ਗੋਭੀ 30 ਰੁਪਏ ਪ੍ਰਤੀ ਕਿਲੋ, ਮੂਲੀ 20 ਰੁਪਏ ਪ੍ਰਤੀ ਕਿਲੋ, ਅਦਰਕ 120 ਰੁਪਏ। ਇੱਦਾਂ ਮਤਲਬ ਕਿ ਕੀਮਤਾਂ ਇਸੇ ਤਰ੍ਹਾਂ ਅਸੀਂ ਤੀਸਰੇ ਹਫਤੇ ਵੀ ਮਤਲਬ ਕਿ ਇਹਦਾ ਜਿਹੜੀਆਂ ਕੀਮਤਾਂ ਉਹ ਕਲੈਕਟ ਕਰ ਸਕਦੇ ਹਾਂ ਉਸ ਦੁਕਾਨ ਤੋਂ ਜਾ ਕੇ। ਡਾਟਾ ਇਕੱਠਾ ਕੀਤਾ ਇਹਦੇ ਤੋਂ ਲੱਗ ਰਿਹਾ ਕਿ ਜਿਹੜੀਆਂ ਚੀਜ਼ਾਂ ਸਬਜ਼ੀਆਂ ਦੀਆਂ ਕੀਮਤਾਂ ਉਹ ਵਧਦੀਆਂ ਜਾ ਰਹੀਆਂ, ਮਟਰ ਤੱਕ ਵਧਦੇ ਜਾ ਰਹੇ, ਅਦਰਕ ਵੀ ਵੱਧਦਾ ਜਾ ਰਿਹਾ ਹੈਗਾ, ਤੇ ਕੁਝ ਡਾਟੇ ਜਿਹੜੇ ਉਹ ਘਟਦੇ ਜਾ ਰਹੇ ਆ। ਅੱਗੇ ਜਾ ਕੇ ਪਤਾ ਲੱਗੂਗਾ ਕਿ ਇਹਦਾ ਕੀ ਸਿੱਟੇ ਨਿਕਲਦੇ। ਹਾਂਜੀ, ਜਦੋਂ ਆਪਾਂ ਲਾਸਟ ਵਿੱਚ 5ਵਾਂ ਸਟੈਪ ਆਪਾਂ ਕਰਾਂਗੇ ਤਾਂ ਇਹਦੇ ਕਾਰਨਾਂ ਬਾਰੇ ਵੀ ਆਪਾਂ ਜਾਣਾਂਗੇ ਕਿ ਕੀ ਕਾਰਨ ਹੋ ਸਕਦੇ ਆ ਜਿਨ੍ਹਾਂ ਕਰਕੇ ਇਹ ਤਬਦੀਲੀ ਜਿਹੜੀ ਉਹ ਆਈ। ਮਟਰ ਦੇਖੋ ਲਗਾਤਾਰ ਵੱਧਦੇ ਜਾ ਰਹੇ ਆ, 80 ਤੋਂ 90, 90 ਤੋਂ 100 ਹੋ ਗਏ ਆ। ਤਾਂ ਇਸ ਤਰ੍ਹਾਂ ਚੌਥੇ ਹਫਤੇ ਦੇ ਵਿੱਚ ਅਸੀਂ ਜਾ ਕੇ ਫਿਰ ਇਹਦਾ ਪਤਾ ਕਰਾਂਗੇ ਸਬਜ਼ੀਆਂ ਦਾ। ਤਾਂ ਮਟਰ ਵਧੇ ਆ ਹੋਰ, ਤਾਂ ਦੇਖੋ ਗੋਭੀ ਜਿਹੜੀ ਆ ਥੱਲੇ ਨੂੰ ਆ ਰਹੀ ਆ, 30 ਤੋਂ 25 ਹੋ ਗਈ, 25 ਤੋਂ 20 ਹੋ ਗਈ ਆ ਚੌਥੇ ਹਫਤੇ ਦੇ ਵਿੱਚ ਆ ਕੇ। ਮੂਲੀ ਜਿਹੜੀ ਆ 20, ਇਹ ਵੀ ਘਟਦੀ ਜਾ ਰਹੀ ਆ, ਮੂਲੀ 20, 20, 15, 15 ਹੋ ਗਈ ਆ। ਫਿਰ ਅਦਰਕ ਜਿਹੜਾ ਇਹ ਵੱਧਦਾ ਜਾ ਰਿਹਾ, 100, 120, 120, 145। ਤਾਂ ਇਸ ਤਰ੍ਹਾਂ ਹੀ ਅਸੀਂ ਮੁੜ ਕੇ ਫਿਰ 5ਵੇਂ ਹਫਤੇ ਵੀ ਜਾ ਕੇ ਫਿਰ ਉਸੇ ਦੁਕਾਨ ਤੇ ਜਿਹੜੇ ਰੇਟ ਪਤਾ ਕਰਾਂਗੇ। ਪਿਆਜ਼ 22 ਰੁਪਏ ਕਿਲੋ ਪ੍ਰਤੀ ਕਿਲੋ, ਆਲੂ 10 ਰੁਪਏ ਪ੍ਰਤੀ ਕਿਲੋ ਹੋ ਗਿਆ, ਤੇ ਹੋ ਸਕਦਾ ਕੋਈ ਨਵਾਂ ਆਲੂ ਆ ਗਿਆ ਹੋਵੇ ਜਾਂ ਕੋਈ ਦੀ ਸਪਲਾਈ ਦੇ ਵਿੱਚ ਵਾਧਾ ਹੋ ਗਿਆ ਹੋਵੇ, ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਮਟਰ 100 ਰੁਪਏ ਹੋ ਗਏ, ਗੋਭੀ 20 ਰੁਪਏ। ਤਾਂ ਇੱਦਾਂ ਫਿਰ 6ਵਾਂ ਹਫਤਾ ਵੀ ਇਸੇ ਤਰ੍ਹਾਂ ਹੀ ਉਸੇ ਦੁਕਾਨ ਤੇ ਜਾ ਕੇ ਅਸੀਂ ਉਹ ਰੇਟ ਜਿਹੜੇ ਆ ਉਹ ਇਕੱਠੇ ਕਰਨੇ ਆ। ਫਿਰ 7ਵਾਂ ਹਫਤਾ ਤੇ ਬੱਚਿਆਂ ਵਾਸਤੇ ਮੇਰਾ ਖਿਆਲ ਕੋਈ ਇੰਨਾ ਔਖਾ ਨਹੀਂ ਹੈ ਕਿ ਜਾ ਕੇ। ਹਾਂ, ਬੱਚਿਆਂ ਨੂੰ ਬਹੁਤ ਵਧੀਆ ਲੱਗੂਗਾ। ਨਾਲੇ ਤਾਂ ਬੱਚੇ ਤੁਸੀਂ ਆਪਣੇ ਘਰਦਿਆਂ ਦਾ ਕੰਮ ਕਰਤਾ, ਉਹਨਾਂ ਲਈ ਸਬਜ਼ੀਆਂ ਲੈ ਕੇ ਆ ਗਏ, ਤੇ ਨਾਲ ਦੀ ਨਾਲ ਤੁਸੀਂ ਆਪਣੇ ਪ੍ਰੋਜੈਕਟ ਵਾਸਤੇ ਉੱਥੋਂ ਡਾਟਾ ਇਕੱਠਾ ਕਰਕੇ ਆ ਗਏ, ਤੇ ਹਫਤੇ ਵਿੱਚ ਇੱਕ ਦਿਨ ਜਾਣਾ ਕਿਸੇ ਉਸੇ ਦੁਕਾਨ ਦੇ ਉੱਤੇ, ਤੇ ਇਹਨਾਂ ਚੀਜ਼ਾਂ ਦੇ ਤੁਸੀਂ 3-4 ਸਬਜ਼ੀਆਂ ਲੈ ਸਕਦੇ ਹੋ, ਉਹਨਾਂ ਦੇ ਡਾਟੇ ਉੱਥੋਂ ਇਕੱਠੇ ਕਰ ਸਕਦੇ ਆ ਰੇਟ। ਆਪਣੇ ਪ੍ਰੋਜੈਕਟ ਦਾ ਜਿਹੜਾ ਪਹਿਲਾ ਸਟੈਪ ਆ ਇਹ ਮਤਲਬ ਕਿ ਉਹਦਾ ਇੱਕ ਪਾਰਟ ਹੋ ਗਿਆ, ਕਿਉਂਕਿ ਆਪਾਂ ਨੇ ਤੁਲਨਾ ਕਰਨੀ ਆ। ਇੱਕ ਆਪਾਂ ਸਬਜ਼ੀ ਵਾਲਾ ਕੋਈ ਹੋਰ ਵੀ ਲੈ ਸਕਦੇ ਆ, ਜਿਵੇਂ ਆਪਾਂ ਕੋਈ ਰੇੜੇ ਵਾਲਾ ਪਿੰਡਾਂ ਦੇ ਵਿੱਚ ਕੋਈ ਆਉਂਦਾ, ਉਹਦੇ ਤੋਂ ਵੀ ਆਪਾਂ ਉਸੇ ਤਰ੍ਹਾਂ ਹੀ ਜੇ ਆਪਾਂ ਦੁਕਾਨ ਤੋਂ ਪੁੱਛਿਆ ਤਾਂ ਆਪਾਂ ਇਹਨਾਂ ਤੋਂ ਵੀ ਪੁੱਛਣਾ ਜਿਹੜੇ ਪਿੰਡ ਦੇ ਵਿੱਚ ਵੇਚਣ ਵਾਸਤੇ ਆਉਂਦੇ, ਸ਼ਹਿਰ ਦੇ ਵਿੱਚ ਵੇਚਣ ਵਾਸਤੇ ਆਉਂਦੇ, ਤਾਂ ਇਹਨਾਂ ਦੇ ਰੇਟ ਵੀ ਆਪਾਂ ਇਦਾਂ ਹੀ ਇੱਕ ਫਾਰਮੈਟ ਜਿਹੜਾ ਉਹ ਤਿਆਰ ਕਰ ਲੈਣਾ। ਉਹੀ ਸਬਜ਼ੀਆਂ ਲੈ ਕੇ ਉਸੇ ਤਰੀਕੇ ਨਾਲ ਉਸੇ ਦਿਨ ਨੂੰ ਤੁਸੀਂ ਉਸੇ ਹਫਤੇ ਚੱਲ ਜਾਓ। ਇਦਾਂ ਹੀ ਮਤਲਬ ਕਿ ਜਿਵੇਂ ਕੋਈ ਸੋਮਵਾਰ ਜਾਂ ਬੁੱਧਵਾਰ ਜਿਹੜਾ ਵੀ ਹਫਤਾ ਤੁਸੀਂ ਰੱਖਿਆ, ਸੇਮ ਡੇ ਤੁਸੀਂ ਉਹਦਾ ਦੋਨਾਂ ਥਾਵਾਂ ਤੋਂ ਜਿਹੜੇ ਰੇਟ ਆ ਉਹ ਇਕੱਠੇ ਕਰ ਸਕਦੇ ਆ। ਚੌਥਾ ਹਫਤਾ, ਫਿਰ 5ਵਾਂ ਹਫਤਾ, ਫਿਰ 6ਵਾਂ ਤੇ ਫਿਰ 7ਵਾਂ। ਤਾਂ ਇਦਾਂ ਜਿਹੜੇ ਇਹ ਸਾਰਾ ਜਿਹੜਾ ਮਤਲਬ ਕਿ ਦੋਨਾਂ ਤੋਂ ਅੰਕੜੇ ਜਿਹੜੇ ਆ ਉਹ ਇਕੱਠੇ ਹੋ ਗਏ। ਠੀਕ ਹੈ ਸਰ। ਉਸ ਤੋਂ ਬਾਅਦ ਫਿਰ ਇਹ ਅੰਕੜੇ ਤਾਂ ਇਕੱਠੇ ਹੋ ਗਏ, ਇਹਨਾਂ ਅੰਕੜਿਆਂ ਨੂੰ ਆਪਾਂ ਜਿਹੜਾ ਹੈਗਾ ਕਿਸੇ ਵਿਵਸਥੀਕਰਨ ਕਰੀਏ, ਉਹ ਕਿਸ ਤਰੀਕੇ ਨਾਲ ਫਿਰ ਵਿਵਸਥੀਕਰਨ ਕਰਾਂਗੇ ਸਰ ਇਹਨਾਂ ਦਾ? ਬੱਚਿਆਂ ਵਾਸਤੇ ਬੜੀ ਸੌਖੀ ਗੱਲ ਹੋ ਗਈ ਆ, ਕਿਉਂਕਿ ਉਹਨਾਂ ਨੇ ਪਹਿਲੇ ਸਟੈਪ ਵਿੱਚ ਹੀ ਦੋਨੇ ਕੰਮ ਕਰ ਲਿਆ। ਕਿਉਂਕਿ ਆਪਾਂ ਨੇ ਇੱਕ ਟੇਬਲ ਬਣਾਉਣਾ ਸੀਗਾ, ਉਹ ਟੇਬਲ ਫਾਰਮ ਦੇ ਵਿੱਚ ਸਾਡੇ ਅੰਕੜੇ ਦੇਖੋ ਅਸੀਂ ਸਾਰੇ ਅੰਕੜੇ ਟੇਬਲ ਫਾਰਮ ਦੇ ਵਿੱਚ ਹੀ ਆ। ਤਾਂ ਇਸ ਕਰਕੇ ਸਾਨੂੰ ਇਹਦੀ ਕੋਈ ਵੱਖਰਾ ਵਰਗੀਕਰਨ ਕਰਨ ਦੀ ਲੋੜ ਨਹੀਂ ਹੈ, ਇਹ ਸਾਡਾ ਇੱਕ ਤਰ੍ਹਾਂ ਦਾ ਵਰਗੀਕਰਨ ਹੋ ਗਿਆ। ਮਤਲਬ ਟੈਬੂਲਰ ਫਾਰਮ ਦੇ ਵਿੱਚ ਆਪਣੇ ਆਪ ਹੀ। ਹਾਂ, ਪਹਿਲੇ ਹੀ ਵਾਰੀ ਟੇਬਲ ਫਾਰਮ 'ਚ ਹੀ ਸਾਡਾ ਇਹ ਅੰਕੜੇ ਜਿਹੜੇ ਆ ਉਹ ਆ ਗਏ। ਤੇ ਹੁਣ ਤੀਸਰਾ ਸਟੈਪ ਉਹਨਾਂ ਅੰਕੜਿਆਂ ਨੂੰ ਪੇਸ਼ ਕਰਾਂਗੇ। ਇਹ ਸਰ ਕੀ ਚੀਜ਼ ਹੈ? ਬੱਚੇ ਨੂੰ ਜਰਾ ਧਿਆਨ ਨਾਲ ਸਮਝਾਓ ਕਿ ਇੱਕ ਪਾਸੇ ਤੁਸੀਂ ਰੇੜਾ ਲੈ ਲਿਆ, ਇੱਕ ਪਾਸੇ ਸ਼ਾਪ ਲੈ ਲਈ,
ਇਹ ਕੀ ਕਿੱਥੋਂ ਲਏ ਡਾਟੇ 13 15 20 ਇਹ ਡਾਟਾ ਕਿੱਥੋਂ ਇਕੱਠਾ ਕੀਤਾ ਸੀ? ਹਾਂਜੀ, ਅਸੀਂ ਹੁਣ ਇੱਕ ਇੱਕ ਸਬਜ਼ੀ ਦਾ ਜਿਹੜਾ ਉਸ ਨੂੰ ਪ੍ਰੈਜੈਂਟੇਸ਼ਨ ਕਰਾਂਗੇ। ਠੀਕ ਪਹਿਲਾਂ ਆਪਾਂ ਪਿਆਜ਼ ਲੈ ਲਿਆ, ਤਾਂ ਬੱਚੇ ਦੇਖ ਰਹੇ ਜਿਵੇਂ, ਤਾਂ ਪਿਆਜ਼ ਦੋਨੋਂ ਥਾਵਾਂ ਦੇ ਉੱਤੇ ਰੇੜੇ ਤੇ ਕਿੰਨਾ ਰੇਟ ਪਿਆਜ਼ ਦਾ ਰਿਹਾ ਹਫਤੇ ਦੇ ਅਨੁਸਾਰ ਇਸ OX ਅਕਸ ਦੇ ਉੱਤੇ ਨੀਚੇ ਇਹ ਹਫਤੇ ਦਿਖਾਏ ਗਏ ਆ ਕਿ ਪਹਿਲਾ ਹਫਤਾ, ਦੂਜਾ ਹਫਤਾ, ਤੀਜਾ, ਚੌਥਾ, ਪੰਜਵਾਂ, ਛੇਵਾਂ। ਇਧਰ ਕੀਮਤ ਆ ਰੁਪਏ ਪ੍ਰਤੀ ਕਿਲੋ, 5 ਰੁਪਏ, 10 ਰੁਪਏ, 15, 20, 25, 30। ਤਾਂ ਇਹ ਜਿਹੜੀਆਂ ਡਾਟੇ ਅਸੀਂ ਉਹਨਾਂ ਪਿਛਲੇ ਟੇਬਲਾਂ 'ਚੋਂ ਹੀ ਲਏ ਆ। ਤਾਂ ਇਹ ਜਿਹੜਾ ਸ਼ਾਪ ਦੇ ਰੇਟ ਹੈਗੇ ਆ ਸਾਰੇ ਹਫਤਿਆਂ ਦੇ, ਪਹਿਲਾ, ਦੂਜਾ, ਤੀਜਾ, ਚੌਥਾ, ਇਦਾਂ ਹੀ ਆ ਰੇੜੇ ਤੇ ਜਿਹੜੇ ਹੈਗੇ। ਤਾਂ ਅਸੀਂ ਜਦੋਂ ਇਹਨਾਂ ਨੂੰ ਇੱਥੇ ਪ੍ਰੈਜ਼ੈਂਟ ਕਰਾਂਗੇ ਤਾਂ ਪਹਿਲਾਂ ਜਦੋਂ ਅਸੀਂ ਲੈਂਦੇ ਆ ਤੇ ਪਹਿਲੇ ਹਫਤੇ ਜਿਹੜੀ ਆ ਇਹ ਬਰਾਊਨ ਵਾਲੇ ਜਿਹੜਾ, ਇੱਕ ਵਾਰ ਸਰ ਬੱਚੇ ਨੂੰ ਟੇਬਲ ਦੁਬਾਰਾ ਦਿਖਾ ਦਿਓ ਕਿ ਉਹ ਟੇਬਲ ਕਿੱਥੋਂ ਸੀਗਾ, ਬੱਚੇ ਨੇ ਇਹ ਵਾਲੇ ਡਾਟਾ ਕਿੱਥੋਂ ਇਕੱਠਾ ਕੀਤਾ? ਹਾਂਜੀ, ਇਹ ਦੇਖੋ ਪਿਆਜ਼ ਇਹ ਹੈਗਾ, ਇਹ ਰੇੜੇ ਵਾਲੀ ਜਿਹੜੀ ਸਾਈਡ ਤੋਂ ਇਹ 13 15 20 23 ਅਸੀਂ ਇਸ ਸਾਈਡ ਤੋਂ ਜਿਹੜੀ ਚੀਜ਼ਾਂ ਲੈਣੀਆਂ ਸਾਰੀਆਂ, ਸਾਰੇ ਰੇਟ ਜਿਹੜੇ ਆ ਸਾਰੇ ਹਫ਼ਤਿਆਂ ਦੇ ਲੈਣੇ ਆ। ਤੇ ਇਸੇ ਤਰ੍ਹਾਂ ਹੀ ਦੁਕਾਨ ਵਾਲੇ ਦੇ ਵੀ ਅਸੀਂ ਲੈ ਸਕਦੇ ਆ। ਤੇ ਉਸ ਤੋਂ ਬਾਅਦ ਅਸੀਂ ਦਿਖਾਇਆ ਕਿ ਬਰਾਊਨ ਵਾਲਾ ਕਲਰ ਜਿਹੜਾ ਹੈਗਾ, ਦੇਖੋ ਇੱਧਰ ਵੀ ਰੇੜੇ ਵਾਲਾ ਬਰਾਊਨ ਆ ਤੇ ਇਹਦਾ ਡਾਟ ਵੀ ਬਰਾਊਨ ਆ। ਇਹ ਉੱਪਰਲਾ ਡਾਟ ਜਿਹੜਾ ਹੈਗਾ ਇਹ ਬਲੂ ਆ, ਨੀਲਾ, ਤੇ ਸ਼ਾਪ ਵਾਲਾ ਵੀ ਨੀਲੇ ਨੂੰ ਦਰਸਾਇਆ ਗਿਆ। ਇੱਥੇ ਵੀ ਸਾਹਮਣੇ ਇਹ ਸ਼ਾਪ ਦੇ ਰੇਟ ਹੈਗੇ ਆ ਤੇ ਇਹ ਰੇੜੇ ਦੇ ਹੈਗੇ ਆ। ਤਾਂ ਇਸੇ ਤਰ੍ਹਾਂ ਦੀ ਜਿਹੜੀ ਆ ਇਹ ਇੱਕ ਗ੍ਰਾਫ ਜਿਹੜਾ ਉਹ ਬਣੇਗਾ ਸਾਡੇ ਸਾਹਮਣੇ। ਤਾਂ ਪਹਿਲੇ ਹਫਤੇ ਤੋਂ ਬਾਅਦ ਦੂਜਾ ਹਫਤਾ ਜਿਹੜਾ ਹੋ ਗਿਆ, ਇਹ ਪਹਿਲਾ ਹਫਤਾ ਦੇਖੋ 13 ਸੀ ਰੇੜੇ ਤੇ, ਤਾਂ ਪਹਿਲੇ ਹਫਤੇ ਆ ਦੇਖੋ 13 ਰੇੜੇ ਤੇ, ਸ਼ਾਪ ਤੇ ਕਿੰਨੇ ਸੀਗੇ 16, ਤਾਂ 15 ਤੋਂ ਉੱਤੇ ਆ ਗਿਆ 16। ਬੱਚੇ ਧਿਆਨ ਨਾਲ ਨੋਟ ਕਰੋ, ਜਿਹੜਾ ਨੀਲਾ ਰੰਗ ਹੈਗਾ ਉਹ ਤੁਹਾਡੀ ਦੁਕਾਨ ਤੇ ਸਬਜ਼ੀਆਂ ਦੇ ਰੇਟਾਂ ਨੂੰ ਦਰਸਾਉਂਦਾ ਹੈ, ਤੇ ਜਿਹੜਾ ਬਰਾਊਨ ਕਲਰ ਹੈਗਾ ਉਹ ਜਿਹੜੇ ਰੇੜੇ ਤੇ ਸਬਜ਼ੀਆਂ ਦੇ ਰੇਟਾਂ ਨੂੰ ਦਰਸਾਉਂਦਾ। ਉਸੇ ਤਰੀਕੇ ਨਾਲ ਤੁਸੀਂ ਗ੍ਰਾਫ ਬਣਾਉਣਾ ਹੈਗਾ। ਪ੍ਰੈਜੈਂਟੇਸ਼ਨ ਦਾ ਮਤਲਬ ਹੈਗਾ ਪੇਸ਼ੀਕਰਨ, ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਚੀਜ਼ਾਂ ਨੂੰ ਪੇਸ਼ ਕਰਨਾ। ਹੁਣ ਸਾਹਮਣੇ ਟੇਬਲ ਦੇ ਵਿੱਚ ਪੜ੍ਹਨ ਦੇ ਨਾਲੋਂ ਕੋਈ ਚੀਜ਼ ਚਿੱਤਰ ਰਾਹੀਂ ਦੇਖ ਕੇ ਸਾਨੂੰ ਜਲਦੀ ਸਮਝ ਲੱਗਦੀ ਹੈ। ਇਸ ਤਰੀਕੇ ਨਾਲ ਸਰ ਤੁਹਾਨੂੰ ਗ੍ਰਾਫ ਬਣਾ ਕੇ ਸਮਝਾ ਰਹੇ ਆ। ਹਾਂਜੀ, ਇਸੇ ਤਰ੍ਹਾਂ ਅਸੀਂ ਸਾਰੇ ਜਿਹੜੇ ਇਹ ਡਾਟਾ ਆਪਣੇ ਕੋਲ ਦਿੱਤਾ ਹੋਇਆ ਇੱਕ ਇੱਕ ਸਬਜ਼ੀ ਦਾ। ਤੇ ਹੁਣ ਦੂਸਰੀ ਜਿਹੜੀ ਸਬਜ਼ੀ ਹੈ ਇਸ ਤੋਂ ਬਾਅਦ ਆਪਾਂ ਤੁਸੀਂ ਦੇਖਿਆ ਕਿ ਸਾਰੇ ਡਾਟੇ ਜਿਹੜੇ ਆ ਹਫਤੇ ਵਾਈਜ਼ ਆ। ਇਹ 7ਵੇਂ ਹਫਤੇ ਦਾ ਦੇਖੀਏ ਤਾਂ ਇਹ ਸ਼ਾਪ ਤੇ 21 ਹੈ, ਤਾਂ ਦੇਖੋ 20 ਤੋਂ ਉੱਪਰ ਆਇਆ ਇਹ 21, ਤੇ ਇਧਰੋਂ 18 ਇਹ ਇੱਥੇ ਆ ਗਿਆ 18 ਤੇ। ਤਾਂ ਇਦਾਂ ਜਿਹੜਾ ਇਹਨਾਂ ਦਾ ਡਿਫਰੈਂਸ ਜਿਹੜਾ ਉਹ ਚੱਲਦਾ ਆ ਰਿਹਾ। ਸ਼ਾਪ ਤੇ ਮਹਿੰਗੀਆਂ ਸਬਜ਼ੀਆਂ ਉਹਨਾਂ ਦੇ ਰੇਟ ਵੱਧ ਆ, ਰੇੜੇ ਤੇ ਜਿਹੜੀਆਂ ਸਬਜ਼ੀਆਂ ਵਿਕਣ ਆ ਰਹੀਆਂ ਉਹਨਾਂ ਦੇ ਰੇਟ ਜਿਹੜਾ ਉਹ ਘੱਟ ਆ ਰਿਹਾ। ਇੱਕ ਹੋਰ ਸਰ, ਹੋਰ ਕਿਸੇ ਸਬਜ਼ੀ ਬਾਰੇ ਵੀ ਆਪਾਂ ਇਹਨਾਂ ਨੂੰ ਗ੍ਰਾਫ ਬੱਚਿਆਂ ਨੂੰ ਦਿਖਾ ਦਈਏ। ਹਾਂਜੀ, ਇਸ ਤਰ੍ਹਾਂ ਹੀ ਆਲੂ ਦਾ ਵੀ ਆਪਾਂ ਦਿਖਾ ਰਹੇ ਹਾਂ ਕਿ ਆਲੂ ਦੇ ਵਿੱਚ ਵੀ ਉੱਦਾਂ ਹੀ ਇੱਕ ਪਾਸੇ ਰੇੜੇ ਵਾਲੀਆਂ, ਦੂਜੇ ਪਾਸੇ ਦੁਕਾਨ ਵਾਲੀਆਂ। ਤਾਂ ਇਹਨਾਂ ਨੂੰ ਵੀ ਅਸੀਂ ਉਸੇ ਤਰ੍ਹਾਂ ਹੀ ਜਿਹੜਾ ਉਹ ਅੰਕੜੇ ਆ ਉਹ ਇਹ 'ਤੇ ਦਿਖਾ ਰਹੇ ਹਾਂ। ਬਰਾਊਨ ਵਾਲਾ ਰੇੜਾ, ਜੋ ਕਲਰ ਇੱਥੇ ਸਾਹਮਣੇ ਦਿੱਤਾ ਹੋਇਆ ਉਹੀ ਕਲਰ ਲਾਈਨ ਦਾ ਉਹੀ ਇਹਦੇ ਵਿੱਚ ਡਾਟੇ ਦੇ ਵਿੱਚ ਹੈਗਾ। ਤਾਂ ਜੇ ਬਰਾਊਨ ਆ ਤੇ ਇਹ ਡਾਟਾ ਬਰਾਊਨ ਆ, ਇਹ ਬਲੂ ਹੈਗਾ ਤੇ ਇਹ ਡਾਟਾ ਜਿਹੜਾ ਉਹ ਬਲੂ ਦਾ ਹੈਗਾ। ਥੱਲੇ ਹਫਤੇ ਵਾਈਜ਼ ਇਹਦਾ ਦੱਸ ਰਿਹਾ ਕਿ ਕੀ ਟ੍ਰੈਂਡ ਹੈਗਾ, ਕਿਤੇ ਉੱਪਰ ਜਾ ਰਹੀ ਆ, ਫਿਰ ਥੱਲੇ ਆ ਰਹੀ ਆ, ਫਿਰ ਚੜ੍ਹਨੇ ਸ਼ੁਰੂ ਹੋ ਗਏ ਆ ਤਾਂ ਨੂੰ। ਫਿਰ ਅਗਲਾ ਸਬਜ਼ੀ ਮਟਰ ਹੈਗੇ ਆ, ਤਾਂ ਮਟਰਾਂ ਦੇ ਰੇਟ ਵੀ ਜਿਹੜੇ ਆ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਇਹਦੇ ਤੇ ਦਿਖਾਵਾਂਗੇ। ਤੇ ਬੱਚੇ ਦੇਖੋ ਮਟਰਾਂ ਦੇ ਰੇਟ ਜਿਹੜੇ ਹੈਗੇ ਉਹ ਇੱਕਦਮ ਵੱਧ ਕੇ ਫਿਰ ਉਸ ਤੋਂ ਬਾਅਦ ਘਟਣੇ ਸ਼ੁਰੂ ਹੋਏ। ਤੇ ਸਰ ਜਿਹੜੇ ਗੋਭੀ ਦੀ ਸਬਜ਼ੀ ਦੇ ਅੱਗੇ ਆਪਾਂ ਰੇਟ ਦੇਖੇ ਸੀਗੇ, ਉਹ ਗੋਭੀ ਦੀ ਸਬਜ਼ੀ ਦੇ ਰੇਟ ਜਿਹੜਾ ਉਹ ਗ੍ਰਾਫ ਵੀ ਜੇ ਘਟਦੇ ਜਾ ਰਿਹਾ ਤੇ ਥੱਲੇ ਨੂੰ ਹੀ ਗ੍ਰਾਫ ਬਣਨਾ ਚਾਹੀਦਾ ਹੈਗਾ ਆਪਣਾ। ਬਿਲਕੁਲ, ਜਦੋਂ ਆਪਾਂ ਗ੍ਰਾਫ ਬਣਾਵਾਂਗੇ ਤਾਂ ਗ੍ਰਾਫ ਵੀ ਉਸੇ ਤਰ੍ਹਾਂ ਹੀ ਸ਼ੋ ਕਰੇਗਾ। ਦੇਖੋ ਇੱਕ ਪਾਸੇ ਜਿਹੜੇ ਆ ਪਹਿਲੀ ਸ਼ੁਰੂਆਤ ਪਹਿਲੇ ਹਫਤੇ ਰੇੜੇ ਤੇ 20 ਰੁਪਏ ਆ ਪ੍ਰਤੀ ਕਿਲੋ, ਤਾਂ 20 ਤੇ ਅਸੀਂ ਡਾਟ ਲਾ ਲਿਆ। ਤੇ ਇਧਰੋਂ ਸ਼ਾਪ ਤੇ ਹੈ 30 ਰੁਪਏ ਕਿਲੋ, ਤੇ ਅਸੀਂ 30 ਤੇ ਜਿਹੜਾ ਡਾਟ ਲਾਇਆ। ਉਸ ਤੋਂ ਬਾਅਦ ਨੈਕਸਟ ਜਿਹੜਾ ਹਫਤਾ ਹੋਏਗਾ, ਅਗਲਾ ਹਫਤਾ, ਦੂਸਰਾ ਹਫਤਾ, ਤੇ ਦੂਸਰੇ ਹਫਤੇ ਦੇ ਵਿੱਚ ਜਾ ਕੇ ਦੇਖੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਆਈ ਤੇ ਦੀ ਲਾਈਨ ਆ ਬਰਾਬਰ ਹੀ ਰਹੀ। 30 ਤੋਂ 30 ਤੱਕ ਹੀ ਰਹੀ, ਇਹ ਵੀ 30 ਤੋਂ 30 ਤੇ ਰਹੀ, ਕਿਉਂਕਿ ਆ 20 ਤੋਂ 30, 20 ਤੋਂ 20 ਰਹੀ ਆ, ਇਹ ਵੀ 30 ਤੋਂ 30 ਤੇ ਰਹੀ ਆ, ਇਹਦੇ 'ਚ ਕੋਈ ਤਬਦੀਲੀ ਨਹੀਂ ਆਈ। ਉਸ ਤੋਂ ਬਾਅਦ ਰੇਟ ਜਿਹੜੇ ਆ ਗੋਭੀ ਦੇ ਤੀਸਰੇ ਹਫਤੇ 'ਚ 15 ਰੁਪਏ ਹੋ ਗਿਆ ਇੱਧਰ ਰੇੜੇ ਵਾਲਾ ਜੋ ਵੇਚਣ ਆਇਆ, ਤੇ ਉਧਰ ਸ਼ਾਪ ਵਾਲੇ ਦਾ 25 ਰੁਪਏ ਹੋ ਗਿਆ। ਹਾਲਾਂਕਿ ਫਰਕ ਹੈਗਾ ਦੋਨਾਂ ਦਾ, ਇਹ ਸਸਤੀ ਉਹਦੇ ਨਾਲੋਂ, ਦੁਕਾਨ ਤੇ ਮਹਿੰਗੀ ਸਬਜ਼ੀ ਜਿਹੜੀ ਉਹ ਮਿਲ ਰਹੀ ਹੈ। ਤਾਂ ਇਹ ਇਸ ਤਰ੍ਹਾਂ ਹੀ ਅਸੀਂ ਮੁੜ ਕੇ ਚੌਥੇ ਹਫਤੇ ਵੀ ਦੇਖਦੇ ਹਾਂ। ਤਾਂ ਚੌਥੇ ਹਫਤੇ ਫਿਰ 5ਵਾਂ 6ਵਾਂ ਹਫਤਾ ਤੇ 7ਵਾਂ ਹਫਤਾ, ਇਹਦੇ ਬਾਰੇ ਆਪਾਂ ਸਿੱਟੇ ਆਪਾਂ ਬਾਅਦ ਵਿੱਚ ਕੱਢਾਂਗੇ। ਪਰ ਇੱਕ ਤਰ੍ਹਾਂ ਆਪਾਂ ਟ੍ਰੈਂਡ ਜਿਹੜਾ ਉਹ ਦੇਖ ਰਹੇ ਹਾਂ ਕਿ ਅਸੀਂ ਗ੍ਰਾਫ ਬਣਾ ਲਏ, ਉਹਨਾਂ ਡਾਟਿਆਂ ਤੋਂ ਗ੍ਰਾਫ ਬਣਾ ਲਏ ਹੈਗੇ। ਇਹਨੂੰ ਸਾਨੂੰ ਸਮਝਣਾ ਜਿਹੜਾ ਸਾਨੂੰ ਇਹਦੇ ਬਾਰੇ ਸੌਖਾ ਹੋ ਗਿਆ, ਤੇ ਅਸੀਂ ਸਿੱਟੇ ਅਸੀਂ ਜਿਹੜੇ ਸੌਖੇ ਤਰੀਕੇ ਦੇ ਨਾਲ ਅਸੀਂ ਕੱਢ ਸਕਾਂਗੇ। ਸਰ ਇਹ ਸੀ ਕਿ ਸਾਡੇ ਮਤਲਬ ਗ੍ਰਾਫ ਬਣ ਗਏ। ਫਿਰ ਇਸ ਤੋਂ ਅੱਗੇ ਅਸੀਂ ਇਹਨਾਂ ਦਾ ਕੀ ਕਰਾਂਗੇ? ਗ੍ਰਾਫ ਬਣਾਉਣ ਤੋਂ ਬਾਅਦ ਬੱਚਿਆਂ ਨੂੰ ਦੱਸੋ ਕਿ ਤੁਸੀਂ ਗ੍ਰਾਫ ਬਣਾਉਣ ਤੋਂ ਬਾਅਦ ਫਿਰ ਕੀ ਕਰੋਗੇ? ਹਾਂਜੀ, ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਸਾਰਿਆਂ ਦਾ ਅੰਕੜਿਆਂ ਦਾ ਅਸੀਂ ਵਿਸ਼ਲੇਸ਼ਣ ਕਰਨਾ। ਆਪਾਂ ਜਿਵੇਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਤਬਦੀਲੀ ਪਤਾ ਕਰਨੀ ਆ, ਤਾਂ ਅਸੀਂ ਤਬਦੀਲੀ ਹੁਣ ਹਰ ਹਫਤੇ ਦੀ ਨਹੀਂ, ਅਸੀਂ ਪਹਿਲਾ ਹਫਤਾ ਲੈ ਲਾਂਗੇ,
ਤੇ 7ਵਾਂ ਹਫ਼ਤਾ ਆਖਰੀ ਹਫ਼ਤੇ ਦੇ ਵਿੱਚ ਮਤਲਬ ਕਿ ਜਦੋਂ ਅਸੀਂ ਪ੍ਰੋਜੈਕਟ ਆਪਣਾ ਸ਼ੁਰੂ ਕੀਤਾ ਸੀ ਉਦੋਂ ਕੀਮਤਾਂ ਕੀ ਸੀ ਤੇ ਸਾਡਾ 7ਵੇਂ ਹਫ਼ਤੇ ਵਿੱਚ ਆ ਕੇ ਸਬਜ਼ੀ ਦੀਆਂ ਜਿਹੜੀਆਂ ਕੀਮਤਾਂ 'ਚ ਕੀ ਤਬਦੀਲੀ ਆਈ ਹੈ। ਤਾਂ ਅਸੀਂ ਪਹਿਲਾਂ ਪਿਆਜ਼ ਦਾ ਜਿਵੇਂ ਆਪਾਂ ਨੇ ਟੇਬਲ ਵੀ ਬਣਾਇਆ ਸੀ, ਤਾਂ ਹੁਣ ਅਸੀਂ ਇੱਕ ਵਿਕਰੇਤਾ ਦੋਨੇ ਲਿਖ ਲਵਾਂਗੇ ਇੱਕ ਕਾਲਮ ਦੇ ਵਿੱਚ, ਉੱਪਰ ਦੁਕਾਨ ਵਾਲਾ, ਹੇਠਾਂ ਜਿਹੜੇ ਉਹ ਰੇੜੇ ਜਾਂ ਰੇੜੀ ਤੇ ਜਿਹੜੀ ਸਬਜ਼ੀ ਵਾਲਾ ਵੇਚਣ ਵਾਲਾ ਆਉਂਦਾ। ਤਾਂ ਪਹਿਲੇ ਹਫ਼ਤੇ 'ਚ ਆਪਾਂ ਨੇ ਉੱਥੇ ਦੇਖਿਆ ਸੀ ਕਿ 16 ਰੁਪਏ ਸੀ ਦੁਕਾਨ ਤੇ ਪਿਆਜ਼ ਤੇ ਰੇੜੇ ਤੇ ਸੀ 13 ਰੁਪਏ। ਤੇ ਜਦੋਂ 7ਵੇਂ ਹਫ਼ਤੇ 'ਚ ਦੇਖਿਆ ਤੇ ਰੇੜੇ ਦੁਕਾਨ ਤੇ 21 ਰੁਪਏ ਹੋ ਗਿਆ ਤੇ ਰੇੜੇ ਤੇ 18 ਰੁਪਏ ਹੋ ਗਿਆ। ਅਸੀਂ ਇਹਦਾ ਪਰਸੈਂਟੇਜ ਕੱਢਣੀ ਆ, ਤਬਦੀਲੀ ਪਤਾ ਕਰਨੀ ਆ। ਤਾਂ ਦੇਖੋ 16 ਤੋਂ 21 ਰੁਪਏ ਹੋ ਗਿਆ, ਠੀਕ ਹੈ। 5 ਰੁਪਏ ਜਿਹੜਾ ਪਿਆਜ਼ ਆ ਉਹ ਮਹਿੰਗਾ ਹੋਇਆ ਇੰਨੇ ਮਤਲਬ ਕਿ ਇੰਨੇ ਹਫ਼ਤਿਆਂ ਦੇ ਵਿੱਚ, ਪਹਿਲੇ ਤੋਂ 7ਵੇਂ ਹਫ਼ਤੇ ਤੱਕ ਆਉਂਦਾ। ਤਾਂ ਤਬਦੀਲੀ ਕਿੰਨੀ ਹੋਈ ਆ 5 ਰੁਪਏ ਦੀ। ਤਾਂ ਅਸੀਂ 5/16 ਗੁਣਾ 100 ਕਰਕੇ ਅਸੀਂ ਪਰਸੈਂਟੇਜ ਕੱਢ ਸਕਦੇ ਹਾਂ। ਤਾਂ ਇਹ ਪ੍ਰਤੀਸ਼ਤ ਤਬਦੀਲੀ ਆ ਕਿ ਇਹ ਜਿਹੜਾ 16 ਤੋਂ 21 ਹੋਇਆ, ਇਹ 31.25% ਜਿਹੜੀ ਆ ਸਬਜ਼ੀ ਆ ਉਹ ਦੁਕਾਨ ਤੇ ਮਹਿੰਗੀ ਹੋਈ ਆ। ਤੇ ਰੇੜੇ ਵਾਲੇ ਦੀ ਜਿਹੜੀ ਸਬਜ਼ੀ ਹੈਗੀ ਆ ਇਹਦੇ 'ਚ 5 ਰੁਪਏ ਦਾ ਫਰਕ ਆ ਗਿਆ, 13 ਤੇ 5 18। ਤਾਂ ਇਹਦੇ 'ਚ ਇਹ ਕਿਉਂਕਿ ਪਹਿਲਾਂ ਹੀ ਘੱਟ ਸੀ, ਇਸ ਕਰਕੇ ਇਹਦੀ ਪਰਸੈਂਟੇਜ 'ਚ ਜ਼ਿਆਦਾ ਵਾਧਾ ਹੋਇਆ। ਇਹ 38 ਰੁਪਏ, ਕਿਉਂਕਿ ਪਹਿਲਾਂ ਹੀ 13 ਸੀ, ਉਹ 16 ਸੀ, ਇਹ 13 ਸੀ ਤੇ 13 ਤੇ ਅਸੀਂ ਜਦੋਂ ਪਰਸੈਂਟੇਜ ਕੱਢੀ ਤੇ 38.46% ਤਬਦੀਲੀ ਜਿਹੜੀ ਆ ਉਹ ਪਿਆਜ਼ ਦੇ ਵਿੱਚ ਅਸੀਂ ਦੇਖੀ। ਤਾਂ ਇਹਨਾਂ ਪਹਿਲੇ ਹਫ਼ਤੇ ਤੋਂ ਲੈ ਕੇ 7ਵੇਂ ਹਫ਼ਤੇ ਤੱਕ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਚੜਾਅ ਜਿਹੜਾ ਉਹ ਆਇਆ, ਤਬਦੀਲੀ ਜਿਹੜੀ ਆ ਉਹ ਪੋਜ਼ਿਟਿਵ ਹੋਈ ਆ, ਮਹਿੰਗਿਆ ਹੋਇਆ। ਇਸ ਤੋਂ ਆਲੂ ਬੱਚੇ ਤੁਸੀਂ ਪਰਸੈਂਟੇਜ ਕੱਢ ਕੇ ਉਸ ਡਾਟੇ ਦਾ ਵਿਸ਼ਲੇਸ਼ਣ ਕਰ ਸਕਦੇ ਆ ਕਿ ਕਿਹੜੀ ਚੀਜ਼ ਦੀ ਪਰਸੈਂਟੇਜ ਜ਼ਿਆਦਾ ਵਧੀਆ ਔਰ ਕਿਹੜੇ ਸਰੋਤ ਤੋਂ ਜ਼ਿਆਦਾ ਵਧੀ ਹੈਗੀ ਆ। ਹਾਂਜੀ, ਇਸ ਤਰ੍ਹਾਂ ਹੀ ਜੇ ਅੱਗੇ ਹੈਗਾ ਆਲੂ, ਤਾਂ ਇਹ ਦੁਕਾਨ ਤੇ 7 ਰੁਪਏ ਤੋਂ 12 ਰੁਪਏ ਹੋ ਗਿਆ। ਤਾਂ ਇਹ ਦੇਖੋ 5 ਰੁਪਏ ਵਧਿਆ, 7 ਰੁਪਏ ਪਿੱਛੇ 5 ਰੁਪਏ ਵੱਧ ਕੇ 12 ਰੁਪਏ ਹੋ ਗਿਆ। ਇਹ 71.42% ਬਣਦਾ, 71.42%। ਤੇ ਰੇੜੇ ਤੇ ਜਿਹੜੀ ਆ ਵਧੀ ਆ ਇਹ 5 ਰੁਪਏ ਤੋਂ ਇਹ 7ਵੇਂ ਹਫ਼ਤੇ ਤੱਕ ਜਾ ਕੇ 8 ਰੁਪਏ ਹੋਈ ਹੈ। ਤਾਂ ਇਹਦੇ 'ਚ ਜਿਹੜਾ ਕਮੀ ਵਾਧਾ ਜਿਹੜਾ ਹੋਇਆ ਪ੍ਰਤੀਸ਼ਤ, ਇਹ 60% ਹੋਇਆ। ਮਤਲਬ ਕਿ ਦੁਕਾਨ ਤੇ ਦੇ ਮੁਕਾਬਲੇ ਰੇੜੇ ਤੇ ਸਬਜ਼ੀ 'ਚ ਜਿਹੜਾ ਵਾਧਾ ਹੋਇਆ ਉਹ ਘੱਟ ਹੋਇਆ। ਇਸ ਤਰ੍ਹਾਂ ਹੀ ਅਸੀਂ ਮੁੜ ਕੇ ਗਾਜਰ ਦਾ ਵੀ ਲੈ ਸਕਦੇ ਹਾਂ। ਸਾਰੀਆਂ ਸਬਜ਼ੀਆਂ ਨੂੰ ਅਸੀਂ ਇਕੱਲੇ ਤੌਰ ਤੇ ਅਸੀਂ ਲੈ ਕੇ ਤੇ ਉਹਨੂੰ ਅਸੀਂ ਉਹਦੀ ਤਬਦੀਲੀ ਜਿਹੜੀ ਆ ਉਹ ਪਤਾ ਕਰਨੀ ਆ। ਦੁਕਾਨ ਤੇ ਪਹਿਲਾਂ 10 ਰੁਪਏ ਸੀ, ਫਿਰ 18 ਹੋ ਗਿਆ, ਤਾਂ ਇਹ 8 ਰੁਪਏ ਵਧੇ ਆ। 80% ਜਿਹੜਾ ਉਹ ਤਬਦੀਲੀ ਹੋਈ ਆ ਗਾਜਰ ਦੇ ਭਾਅ ਦੇ ਵਿੱਚ। ਤਾਂ ਇਹਦੇ ਰੇੜੇ ਤੇ ਵੀ ਜਿਹੜੀ ਆ 7% ਹੋਈ ਆ ਤੇ ਇਹ 87.50% ਬਣਦੀ। ਤਾਂ ਇੱਦਾਂ ਬਾਕੀ ਦੀਆਂ ਜਿਹੜੀਆਂ ਸਬਜ਼ੀਆਂ ਉਹਨਾਂ ਦਾ ਵੀ ਅਸੀਂ ਉਹੀ ਪਹਿਲਾਂ ਜਿਹੜੀ ਸਬਜ਼ੀ ਦਾ ਨਾਮ, ਅੱਗੇ ਵਿਕਰੇਤਾ ਕਿਹੜੇ ਹੈਗੇ ਆ, ਦੁਕਾਨ ਹੈ, ਰੇੜਾ ਹੈ, ਪਹਿਲਾ ਹਫ਼ਤਾ 7ਵਾਂ ਹਫ਼ਤਾ, ਇਹਦਾ ਅਸੀਂ ਪਰਸੈਂਟੇਜ ਕਰ ਸਕਦੇ ਹਾਂ। ਦੇਖੋ ਗੋਭੀ ਦੇ ਵਿੱਚ ਮੈਡਮ ਜੀ ਬੜੀ ਦੇਖੋ ਨੈਗੇਟਿਵ ਆ ਥੱਲੇ ਨੂੰ ਜਿਹੜੀ ਇਹ ਬੱਚੇ ਨੂੰ ਸਰ ਸਮਝਾਓ ਕਿ ਗੋਭੀ ਦੇ ਵਿੱਚ ਜਿਹੜਾ ਹੈਗਾ ਉਹ ਨੈਗੇਟਿਵ ਕਿਉਂ ਆਇਆ ਸਾਡਾ ਸਾਈਨ। ਹਾਂਜੀ, ਨੈਗੇਟਿਵ ਦਾ ਮਤਲਬ ਕਿ ਆਪਾਂ ਸਿੱਟੇ, ਤਾਂ ਇਹਦੇ ਬਾਰੇ ਆਪਾਂ ਜਦੋਂ 5ਵੇਂ ਇਹਦੇ ਜਿਹੜਾ ਸਾਡਾ ਸਟੈਪ ਹੋਏਗਾ ਉਹ 'ਚ ਕੱਢਾਂਗੇ ਕਿ ਕਿਉਂ ਇਹਦੇ ਕਾਰਨ ਕੀ ਹੋ ਸਕਦੇ ਆ। ਪਰ ਇੱਥੇ ਅਸੀਂ ਜੋ ਸਾਹਮਣੇ ਦੇਖ ਰਹੇ ਹਾਂ ਵਿਸ਼ਲੇਸ਼ਣ ਕਰਦੇ ਹੋਇਆ, ਤਾਂ 30 ਰੁਪਏ ਸੀ ਪਹਿਲਾਂ ਦੁਕਾਨ ਤੇ ਜਿਹੜੀ 10 ਰੁਪਏ ਹੋ ਗਈ ਸਬਜ਼ੀ। ਇਹ ਫੁੱਲ ਗੋਭੀ ਦਾ ਰੇਟ 30 ਰੁਪਏ ਪ੍ਰਤੀ ਕਿਲੋ ਸੀ, ਜਿਹੜਾ ਘਟ ਕੇ 10 ਰੁਪਏ ਰਹਿ ਗਿਆ। ਤੇ ਉਹ 'ਚ ਕਮੀ ਜਿਹੜੀ ਆ ਗਈ ਹੈ 20 ਰੁਪਏ ਦੀ ਕਮੀ ਆ, ਇਹ -66.66 ਹੋ ਗਿਆ। ਇਸੇ ਤਰ੍ਹਾਂ ਹੀ ਰੇੜੇ ਤੇ ਵੀ ਜਿਹੜੀ ਸਬਜ਼ੀ ਆ ਪਹਿਲਾਂ 20 ਰੁਪਏ ਵਿਕਦੀ ਸੀ, ਉਹ 8 ਰੁਪਏ ਹੋ ਗਈ। ਤਾਂ ਇਹਦੇ ਤੇ ਵੀ -60%, 60% ਜਿਹੜਾ ਉਹ ਇਹ ਕਮੀ ਹੋਈ ਹੈ ਸਬਜ਼ੀ ਦੇ ਇਹਦੇ ਵਿੱਚ। ਇੱਦਾਂ ਹੀ ਮੂਲੀ ਦੇ ਵਿੱਚ ਦੋ ਸਬਜ਼ੀਆਂ ਆਪਾਂ ਦੇਖੀਆਂ ਇਹਦੇ 'ਚ ਕਿ ਇਹਨਾਂ ਦੇ ਵਿੱਚ ਕਮੀ ਹੋਈ ਹੈ। ਮੂਲੀ ਜਿਹੜੀ 20 ਰੁਪਏ ਦੀ ਸੀ ਪ੍ਰਤੀ ਕਿਲੋ, ਉਹ 7ਵੇਂ ਹਫ਼ਤੇ 'ਚ ਆ ਕੇ 7 ਰੁਪਏ ਪ੍ਰਤੀ ਕਿਲੋ ਹੋ ਗਈ। ਇੱਦਾਂ ਹੀ ਜਿਹੜੀ ਮੂਲੀ ਰੇੜੇ ਤੇ ਵਿਕਣ ਆਈ ਸੀ, ਉਹ ਪਹਿਲਾਂ 10 ਰੁਪਏ ਸੀ, ਕਿਉਂਕਿ ਉਹ ਹੋ ਸਕਦਾ ਕਿਸਾਨ ਤੋਂ ਸਿੱਧਾ ਲੈ ਕੇ ਆਉਂਦਾ ਹੋਵੇ ਰੇੜੇ ਵਾਲਾ, ਤਾਂ ਉਹਦੇ ਨਾਲ ਉਦੋਂ 10 ਰੁਪਏ ਤੇ ਹੁਣ ਉਹ 5 ਰੁਪਏ ਹੋ ਗਈ ਹੈ ਮੂਲੀ ਪ੍ਰਤੀ ਰੁਪਏ ਕਿਲੋ। ਤਾਂ ਇੱਦਾਂ ਜਿਹੜਾ ਪਰਸੈਂਟੇਜ ਜਿਹੜਾ ਇਹਦੇ ਵਿੱਚ ਮਾਈਨਸ ਆ ਰਿਹਾ ਤੇ ਰੇਟ ਜਿਹੜੇ ਆ ਉਹ ਘਟਿਆ। ਇੱਦਾਂ ਹੀ ਇਸੇ ਤਰ੍ਹਾਂ ਹੀ ਅਦਰਕ ਦਾ ਅਸੀਂ ਪਰਸੈਂਟੇਜ ਪਤਾ ਕਰ ਸਕਦੇ ਹਾਂ। ਜਿਹੜੇ ਅਸੀਂ ਪਹਿਲਾਂ ਗ੍ਰਾਫ ਸਾਰੇ ਬਣਾਏ ਸੀਗੇ, ਉਹਨਾਂ ਨੂੰ ਅਸੀਂ ਸਿੱਟਾ ਕੱਢਣ ਵਾਸਤੇ ਅਸੀਂ ਆਪਣੇ ਸਾਰੇ ਸਾਹਮਣੇ ਅਸੀਂ ਉਹਨਾਂ ਨੂੰ ਇਹਨਾਂ ਤੋਂ ਹੀ ਅਸੀਂ ਸਿੱਟੇ ਕੱਢਣੇ ਆ ਕਿ ਮਤਲਬ ਕਿ ਕੀਮਤਾਂ ਪਹਿਲਾਂ ਵਧੀਆਂ, ਫਿਰ ਮਤਲਬ ਕਿ ਉਛਾਲ ਆਇਆ, ਫਿਰ ਘਟਣੀਆਂ ਸ਼ੁਰੂ ਹੋਈਆਂ, ਫਿਰ ਥੋੜਾ ਤਾਂ ਨੂੰ ਗਈਆਂ। ਇੱਦਾਂ ਸਾਰੀਆਂ ਦੇਖ ਰਹੇ ਹਾਂ। ਇਹ ਵੀ ਚਾਰੇ ਗ੍ਰਾਫਸ ਨੂੰ ਇਕੱਠੇ ਕਰ ਦਿੱਤਾ ਕੰਪੈਰੀਜ਼ਨ ਵਾਸਤੇ। ਹਾਂਜੀ, ਜੋ ਪਹਿਲਾਂ ਆਪਾਂ ਨੇ ਦੇਖੇ ਸੀ ਉਹ ਸਾਰੇ ਗ੍ਰਾਫ ਇੱਕ ਤੇ ਲੈ ਜਾਂਦੇ ਆ, ਤਾਂ ਕਿ ਅਸੀਂ ਇਹ ਤੇ ਸੌਖੇ ਤਰੀਕੇ ਦੇ ਨਾਲ ਆਪਣੇ ਜਿਹੜੇ ਉਹ ਸਿੱਟੇ ਆ ਉਹ ਰਿਜ਼ਲਟ ਕੱਢ ਸਕੀਏ। ਬੱਚਿਆਂ ਨੂੰ ਸਰ ਹੁਣ ਦੱਸੋ ਕਿ ਸਿੱਟਾ ਕਿਸ ਤਰੀਕੇ ਨਾਲ ਕੱਢਣਾ, ਕਿਸ ਤਰੀਕੇ ਨਾਲ ਇਹ ਕਨਕਲੂਜਨ ਕੀ ਕੱਢਣੇ ਇਹਨਾਂ ਸਾਰੀਆਂ ਚੀਜ਼ਾਂ। ਹਾਂਜੀ, ਸਿੱਟਾ ਤਾਂ ਦੇਖੋ ਜਿਵੇਂ ਸਾਡੇ ਸਾਹਮਣੇ ਹੈ ਇਹ ਗ੍ਰਾਫ ਜਿਹੜਾ ਹੈਗਾ ਸਾਨੂੰ ਦਿਖਾਈ ਦੇ ਰਿਹਾ ਕਿ ਕੀਮਤਾਂ ਜਿਹੜੀਆਂ
ਉਹ ਵੱਧ ਰਹੀਆਂ, ਫਿਰ ਦੂਜੇ ਹਫ਼ਤੇ ਤੱਕ ਵਧੀ ਤੇ ਤੀਜੇ ਹਫ਼ਤੇ ਤੇ ਚੌਥੇ ਹਫ਼ਤੇ 'ਚ ਬਿਲਕੁਲ ਪੀਕ ਤੇ ਚਲੇ ਗਈ ਪਿਆਜ਼ ਦੀਆਂ ਕੀਮਤਾਂ, ਬਹੁਤ ਜ਼ਿਆਦਾ ਵੱਧ ਗਈਆਂ। ਤਾਂ ਇੱਥੇ ਅਸੀਂ ਸਿੱਟਾ ਇਹ ਕਰ ਸਕਦੇ ਹਾਂ ਕਿ ਹੋ ਸਕਦਾ ਉਦੋਂ ਪੂਰਤੀ ਜਿਹੜੀ ਸਪਲਾਈ ਆ ਪਿਆਜ਼ ਦੀ ਉਹਦੇ 'ਚ ਕਮੀ ਆ ਗਈ, ਜਾਂ ਕੋਈ ਤਿਉਹਾਰ ਆ ਗਿਆ ਉਸ ਸਮੇਂ ਦੇ ਵਿੱਚ ਤੇ ਮੰਗ ਬਹੁਤ ਜਿਹੜੀ ਵੱਧ ਗਈ ਹੈ, ਇਹਦੇ ਕਰਕੇ ਵੀ ਕੀਮਤਾਂ ਉੱਚੀਆਂ ਹੋ ਸਕਦੀਆਂ। ਜਾਂ ਕਈ ਵਾਰ ਕੋਈ ਹੜਤਾਲ ਹੋ ਜਾਂਦੀ ਆ, ਟਰੱਕਾਂ ਦੀ ਹੜਤਾਲ ਹੋ ਗਈ, ਇਹਦੇ ਨਾਲ ਪੂਰਤੀ ਘਟ ਗਈ ਤੇ ਜਿਹੜੀ ਆ ਪਿਆਜ਼ ਜਿਹੜੀ ਉਹਨਾਂ ਦੀਆਂ ਕੀਮਤਾਂ, ਕਈ ਵਾਰ ਬੇਮੌਸਮੀ ਬਾਰਿਸ਼ ਹੋ ਜਾਂਦੀ ਹੈ ਤਾਂ ਉਹਦੇ ਕਰਕੇ ਵੀ ਸਪਲਾਈ ਘਟ ਸਕਦੀ ਹੈ, ਤਾਂ ਇਹਦੇ ਕਰਕੇ ਕੀਮਤਾਂ ਜਿਹੜੀਆਂ ਉੱਚੀਆਂ। ਜਦੋਂ ਮੁੜ ਕੇ ਫਿਰ ਨਾਰਮਲ ਹੋ ਜਾਂਦੀ ਆ ਲਾਈਫ, ਜਿਹੜਾ ਹੜਤਾਲ ਜਿਹੜੀ ਆ ਖਤਮ ਹੋ ਗਈ, ਪੂਰਤੀ ਜਿਹੜੀ ਆ ਉਹ ਵੱਧ ਗਈ, ਤਿਉਹਾਰ ਚਲੇ ਗਏ, ਤਾਂ ਕੀਮਤਾਂ ਫਿਰ ਨਾਰਮਲ ਜਿਹੜੀਆਂ ਆਉਣੀਆਂ ਸ਼ੁਰੂ ਹੋ ਗੋਭੀ ਬਾਰੇ ਦੱਸੋ। ਬਾਕੀ ਤਾਂ ਚਲੋ ਵੱਧ ਰਹੀਆਂ, ਫਿਰ ਉਸ ਤੋਂ ਬਾਅਦ ਘਟ ਰਹੀਆਂ, ਗੋਭੀ ਜਿਹੜੀ ਹੈਗੀ ਉਹ ਲਗਾਤਾਰ ਘਟੀ ਹੈ, ਉਹਦਾ ਗ੍ਰਾਫ ਦੱਸਦਾ। ਹਾਂਜੀ ਮੈਡਮ, ਗੋਭੀ ਦਾ ਇਦਾਂ ਹੈਗਾ ਕਿ ਸਾਡਾ ਇੱਕ ਇਕਨੋਮਿਕਸ ਦਾ ਰੂਲ ਵੀ ਇੱਥੇ ਸ਼ਾਇਦ ਕੰਮ ਕਰਦਾ ਹੋ ਸਕਦਾ ਕਿ ਜਿਵੇਂ ਘਟਦੀ ਸੀਮਾਂਤ ਤੁਸਤੀ ਗੁਣ ਦਾ ਨਿਯਮ, ਕਿ ਜਦੋਂ ਸ਼ੁਰੂ ਦੇ ਵਿੱਚ ਗੋਭੀ ਆਉਂਦੀ ਆ ਬੜੀ ਮਹਿੰਗੀ ਆਉਂਦੀ ਆ, ਜਦੋਂ ਅਕਤੂਬਰ ਨਵੰਬਰ ਦੇ ਵਿੱਚ, ਸਤੰਬਰ ਦੇ ਵਿੱਚ, ਮਤਲਬ ਕਿ ਨਵੀਂ ਜਦੋਂ ਸਬਜ਼ੀ ਆਉਂਦੀ ਆ ਤੇ ਹਰੇਕ ਉਹ ਚਾਹੁੰਦਾ ਨਵੀਂ ਚੀਜ਼ ਨੂੰ ਖਾਣਾ ਚਾਹੁੰਦਾ, ਤੇ ਉਹਦੇ ਕਰਕੇ ਕੀਮਤਾਂ ਬੜੀਆਂ ਉੱਚੀਆਂ ਹਾਈ ਹੁੰਦੀਆਂ। ਇਸ ਤੋਂ ਵੀ ਪਹਿਲਾਂ ਜ਼ਿਆਦੀਆਂ ਹੋ ਸਕਦੀਆਂ, 40 ਰੁਪਏ ਵੀ ਹੋ ਸਕਦੀ ਆ, 50 ਰੁਪਏ ਵੀ ਹੋ ਸਕਦੀ ਆ, ਮਤਲਬ ਕਿ ਕੀਮਤਾਂ ਸ਼ੁਰੂ 'ਚ ਬਹੁਤ ਜ਼ਿਆਦੀਆਂ ਹਾਈ ਹੁੰਦੀਆਂ। ਉਦੋਂ ਉਸ ਸਮੇਂ ਤੇ ਪੂਰਤੀ ਬਹੁਤ ਥੋੜੀ ਹੁੰਦੀ ਆ ਕਿਉਂਕਿ ਉਹਦੇ ਸਪਲਾਇਰ ਬਹੁਤ ਘੱਟ ਹੁੰਦੇ ਆ, ਸੀਜ਼ਨ ਨਹੀਂ ਹੁੰਦਾ, ਸਪਲਾਈ ਘੱਟ ਹੁੰਦੀ ਹੁੰਦੀ ਹੈ। ਦੂਜਾ ਹੈਗਾ ਕਿ ਜਦੋਂ ਅਸੀਂ ਚੀਜ਼ ਨੂੰ ਲਗਾਤਾਰ ਵਰਤ ਰਹੇ ਆ ਤਾਂ ਜੇ ਦੇਖਣ ਮਤਲਬ ਕਿ ਜੇ ਘਰੇ ਵੀ ਸਬਜ਼ੀ ਜੇ ਹਰ ਰੋਜ਼ ਗੋਭੀ ਹੀ ਬਣੀ ਜਾ ਰਹੀ ਹੈ, ਜਦੋਂ ਰੇਟ ਘਟ ਗਿਆ ਤਾਂ ਬੱਚੇ ਵੀ ਨੱਕ ਮਾਰਨਾ ਸ਼ੁਰੂ ਕਰ ਦਿੰਦੇ ਆ ਕਿ ਇੱਕੋ ਹੀ ਚੀਜ਼ ਜਿਹੜੀ ਉਹ ਹਰ ਰੋਜ਼ ਬਣਦੀ ਆ। ਤਾਂ ਹੋ ਸਕਦਾ ਆ ਕੇ ਦਸੰਬਰ ਜਨਵਰੀ ਤੱਕ ਆਉਂਦਿਆਂ ਬੱਚੇ ਇਹ ਤੋਂ ਜਿਹੜਾ ਉਹ ਬਿਲਕੁਲ ਹੀ ਖਾਣਾ ਹੀ ਬੰਦ ਕਰ ਦੇਣ, ਤੇ ਇਸ ਕਰਕੇ ਜਦੋਂ ਮੰਗ ਨਹੀਂ ਰਹੇਗੀ ਤਾਂ ਚੀਜ਼ਾਂ ਆਪਣੇ ਆਪ ਕਈ ਵਾਰ ਸਸਤੀਆਂ ਹੋ ਜਾਂਦੀਆਂ। ਤੇ ਇਹਨਾਂ ਦੇ ਸਿੱਟਿਆਂ ਨੂੰ ਸਰ ਲਿਖਣਾ ਚਾਹੀਦਾ ਬੱਚਿਆਂ ਨੂੰ, ਕਨਕਲੂਜਨ ਵੀ ਕੀ ਨਿਕਲਦੇ ਹੈਗੇ ਆ ਉਹਨਾਂ ਨੂੰ। ਪੰਜਵਾਂ ਜਿਹੜਾ ਸਾਡਾ ਸਟੈਪ ਆ ਉਹ ਇਹੀ ਆ ਕਿ